हुक्मी होवन आकार हुक्म न कहया जाई। हुक्मी होवन जी हुक्म मिलै वड्याई। हुक्मी उत्तम नीच हुक्म लिख दुख सुख पाहियै। एक ना हुक्मी बख्शीश एक हुक्मी सदा पवाइयै। हुक्मे अंदर सब को बाहर हुक्म ना कोए। नानक हुक्म है जे बुझै तां हउमै कहे ना कोए। वाहिगुरु जी का खालसा वाहिगुरु जी की फतेह। गुरु प्यारी साध संगत जी, ਆਪਾਂ ਅੱਜ ਜਪ ਬਾਣੀ ਦੀ ਦੂਸਰੀ ਪੌੜੀ ਦਾ ਪਾਠ ਸਰਵਣ ਕੀਤਾ ਹੈ। ਜਿਵੇਂ ਕਿ ਆਪਾਂ ਪਹਿਲੀ ਪੌੜੀ ਦੇ ਵਿੱਚ ਵਿਚਾਰ ਸਰਵਣ ਕਰ ਚੁੱਕੇ ਹਾਂ, ਕਿਵੇਂ ਸਚਿਆਰਾ ਹੋਈ ਹੈ, ਕਿਵੇਂ ਕੂੜੈ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਪ ਬਾਣੀ ਦੀ ਪਹਿਲੀ ਪੌੜੀ ਵਿੱਚ ਜੋ ਵਿਚਾਰ ਬਖਸ਼ਿਸ਼ ਕਰਦੇ ਨੇ, ਹੁਕਮ ਰਜ਼ਾਈ ਚੱਲਣਾ, ਕਿ ਇਸ ਮਨੁੱਖ ਦੀ ਉਸ ਮਾਲਕ ਦੇ ਨਾਲ ਜਿਹੜੀ ਵਿੱਥ ਪਈ ਹੈ, ਦੂਰੀ ਬਣੀ ਹੈ, ਇਹ ਮਨੁੱਖ ਆਪਣੀ ਜ਼ਿੰਦਗੀ ਵਿੱਚ ਸਚਿਆਰਾ ਕਿਵੇਂ ਬਣੇ, ਕਿਵੇਂ ਸਚਿਆਰਾ ਹੋਈ ਹੈ, ਕਿਵੇਂ ਇਹ ਸੱਚਾ ਬਣੇ, ਕਿਵੇਂ ਕੂੜੇ ਟੁੱਟੇ ਪਾਲ। ਪਾਲ ਦਾ ਅਰਥ ਹੁੰਦਾ ਦੀਵਾਰ, ਕੰਧ। ਜਿਹੜੀ ਕੂੜ ਦੀ ਕੰਧ ਅੱਗੇ ਖੜੀ ਕੀਤੀ ਹੈ, ਉਹ ਕੰਧ ਕਿੱਦਾਂ ਟੁੱਟੇ, ਕਿੱਦਾਂ ਇਹ ਸਚਿਆਰਾ ਬਣ ਸਕੇ। ਤਾਂ ਗੁਰਦੇਵ ਜੀ ਨੇ ਉਹ ਵਿਧੀ ਦੱਸੀ ਹੈ, ਕਹਿੰਦੇ ਹੁਕਮ ਰਜ਼ਾਈ ਚੱਲਣਾ, ਕਹਿੰਦੇ ਉਹਦੇ ਹੁਕਮ, ਉਹਦੀ ਰਜ਼ਾ ਦੀ ਪਾਲਣਾ ਕਰਨੀ ਪਵੇਗੀ। ਨਾਨਕ ਲਿਖਿਆ ਨਾਲ, ਹੇ ਨਾਨਕ ਆਖ ਇਹ ਗੱਲ ਧੁਰ ਤੋਂ, ਸ਼ੁਰੂ ਤੋਂ, ਜਦੋਂ ਤੋਂ ਜਗਤ ਹੋਂਦ ਵਿੱਚ ਆਇਆ ਹੈ, ਇੱਕੋ ਹੀ ਤਰੀਕਾ ਹੈ ਇਸ ਕੰਧ ਨੂੰ ਤੋੜਨ ਦਾ, ਇਸ ਪਾਲ ਨੂੰ ਤੋੜਨ ਦਾ। ਉਹਦੀ ਰਜ਼ਾ ਦੀ ਪਾਲਣਾ ਕਰਨੀ ਪਵੇਗੀ। ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਨੇ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਉਹਦੀ ਹੁਕਮ ਦੀ ਪਾਲਣਾ ਕਰਨ ਦੇ ਨਾਲ ਹੀ ਇਹਦੀ ਤੇ ਉਸ ਜੀਵ ਦੀ ਜਿਹੜੀ ਵਿੱਥ ਬਣੀ ਹੈ ਉਹ ਟੁੱਟੇਗੀ। ਇੱਦਾਂ ਗੁਰੂ ਸਾਹਿਬ ਮੁੜ ਕੇ ਦੂਜੀ ਪੌੜੀ ਵਿੱਚ ਇਸੇ ਹੁਕਮ ਦੀ ਫਿਰ ਵਿਆਖਿਆ ਕਰਦੇ ਨੇ ਵੀ ਉਹ ਹੁਕਮ ਹੈ ਕੀ, ਉਹ ਹੁਕਮ ਮੰਨਣਾ ਕਿਵੇਂ ਹੈ। ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਨੇ, ਹੁਕਮੀ ਹੋਵਨ ਆਕਾਰ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ। ਗੁਰਦੇਵ ਬਖਸ਼ਿਸ਼ ਕਰ ਰਹੇ ਨੇ ਵੀ ਜਿੰਨੇ ਵੀ ਆਕਾਰ ਨੇ, ਜਿੰਨੇ ਵੀ ਸਰੀਰ ਨੇ, ਕਹਿੰਦੇ ਉਹਦੇ ਹੁਕਮ ਦੇ ਵਿੱਚ ਬਣਦੇ ਹਨ। ਹੁਕਮੀ ਹੋਵਨ ਆਕਾਰ, ਆਕਾਰ ਦੇ ਰਾਰੇ ਨੂੰ ਕੋਈ ਮਾਤਰਾ ਨਹੀਂ ਲੱਗੀ। ਆਕਾਰ ਦਾ ਅਰਥ ਬਹੁਵਚਨ ਹੈ। ਜਿੰਨੇ ਵੀ ਸਰੀਰ, ਜਿੰਨੀਆਂ ਵੀ ਸ਼ਕਲਾਂ, ਜਿੰਨੇ ਵੀ ਕੋਈ ਜੀਵ ਜੰਤੂ, ਕੋਈ ਪਸ਼ੂ ਪੰਛੀ, ਜਿੰਨੇ ਵੀ ਆਕਾਰ ਨੇ, ਕਹਿੰਦੇ ਉਹਦੇ ਹੁਕਮ ਵਿੱਚ ਬਣਦੇ ਹਨ। ਪਰ ਜੇ ਕੋਈ ਆਪਣੀ ਬੁੱਧੀ ਦੇ ਤਲ 'ਤੇ ਉਹਦੇ ਹੁਕਮ ਨੂੰ ਪੂਰਨ ਤੌਰ 'ਤੇ ਬਿਆਨ ਕਰਨ ਦੀ ਇੱਛਾ ਜ਼ਾਹਰ ਕਰੇ, ਕਹਿੰਦੇ ਹੁਕਮ ਨਾ ਕਹਿਆ ਜਾਏ। ਮਨੁੱਖ ਆਪਣੀ ਬੁੱਧੀ ਦੇ ਵਿੱਚ ਉਹਦੇ ਹੁਕਮ ਨੂੰ ਕੈਦ ਨਹੀਂ ਕਰ ਸਕਦਾ। ਕਿ ਜੇ ਕੋਈ ਇਹ ਚਾਹੇ ਕਿ ਮੈਂ ਉਹਦੇ ਹੁਕਮ ਨੂੰ ਮੁਕੰਮਲ ਤੌਰ 'ਤੇ ਬਿਆਨ ਕਰ ਲੂੰਗਾ, ਇਹ ਮਨੁੱਖ ਦੇ ਵੱਸ ਦੀ ਗੱਲ ਨਹੀਂ ਹੈ। ਕਿਉਂਕਿ ਗੁਰਦੇਵ ਨੇ ਬਾਣੀ ਵਿੱਚ ਇਸ ਪ੍ਰਥਾਏ ਬਹੁਤ ਪਿਆਰੀਆਂ ਉਦਾਹਰਨਾਂ ਬਖਸ਼ਿਸ਼ ਕੀਤੀਆਂ ਨੇ ਵੀ ਅੰਤ ਕਾਰਨ ਕੀਤੇ ਬਿਲਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ। ਕਹਿ ਲਗੇ ਉਹਦਾ ਅੰਤ ਪਾਉਣ ਵਾਸਤੇ, ਉਹਦੇ ਮੁਕੰਮਲ ਹੁਕਮ ਨੂੰ ਸਮਝ ਕੇ ਅੱਗੇ ਬਿਆਨ ਕਰਨ ਦਾ ਦਾਅਵਾ ਕਰਨ ਵਾਸਤੇ, ਕਹਿੰਦੇ ਬੜੇ ਲੋਕ ਤਰਲੋ ਮੱਛੀ ਹੁੰਦੇ ਰਹੇ, ਪਰ ਕੋਈ ਵੀ ਵਿਅਕਤੀ ਕਹਿਣ ਲੱਗੇ ਉਹਦਾ ਅੰਤ ਨਹੀਂ ਪਾ ਸਕਿਆ। ਗੁਰਦੇਵ ਨੇ ਬਾਣੀ ਵਿੱਚ ਇਸ ਤਰ੍ਹਾਂ ਦੇ ਅਨੇਕਾਂ ਹਵਾਲੇ ਦੇ ਦੇ ਕੇ ਮਨੁੱਖ ਨੂੰ ਸਮਝਾਉਣ ਦਾ, ਇਸ ਤਰ੍ਹਾਂ ਪੀ ਤੇਰੀ ਕੀਮਤ ਨਾ ਪਵੇ ਹਉ ਕੇ ਵੱਡਿਆ ਖਾਨਾਓ। ਗੁਰਦੇਵ ਜੀ ਨੇ ਇੱਦਾਂ ਦੇ ਹਵਾਲੇ ਦੇ ਦੇ ਕੇ ਮਨੁੱਖ ਨੂੰ ਸਮਝਾਉਣ ਦਾ ਯਤਨ ਕੀਤਾ ਕਿ ਉਹਦੇ ਹੁਕਮ ਵਿੱਚ ਸਭ ਕੁਝ ਬਣਦਾ, ਪਰ ਜੇ ਕੋਈ ਉਹਦੇ ਹੁਕਮ ਨੂੰ ਆਪਣੇ ਲਫ਼ਜ਼ਾਂ ਨਾਲ, ਆਪਣੀ ਬੁੱਧੀ ਦੇ ਤਲ 'ਤੇ ਸਮੁੱਚੇ ਤੌਰ 'ਤੇ ਬਿਆਨ ਕਰਨ ਦੀ ਕੋਸ਼ਿਸ਼ ਕਰੇ, ਕਹਿਣ ਲੱਗੇ ਨਹੀਂ, ਇਹ ਤਾਂ ਸੂਰਜ ਨੂੰ ਦੀਵਾ ਵਿਖਾਉਣ ਵਾਲੀ ਗੱਲ ਹੋਏਗੀ। ਆਪਾਂ ਇੱਦਾਂ ਕਹਿ ਸਕਦੇ ਹਾਂ ਵੀ ਸੂਰਜ ਦੀ ਰੌਸ਼ਨੀ ਵਿੱਚ ਮਨੁੱਖ ਕੰਮ ਤੇ ਕਰ ਸਕਦਾ ਹੈ, ਪਰ ਜੇ ਸਿੱਧਾ ਸੂਰਜ ਵੱਲ ਅੱਖਾਂ ਕਰਕੇ ਵੇਖਣ ਦੀ ਕੋਸ਼ਿਸ਼ ਕਰੇ ਤਾਂ ਪੱਕੀ ਗੱਲ ਹੈ ਕਿ ਆਪਣੇ ਅੱਖਾਂ ਦੀ ਜੋਤ ਗਵਾ ਪਵੇਗਾ। ਇੱਦਾਂ ਹੀ ਗੁਰਦੇਵ ਪਿਤਾ ਮਹਾਰਾਜ ਬਖਸ਼ਿਸ਼ ਕਰਦੇ ਨੇ, ਹੁਕਮੀ ਹੋਵਨ ਆਕਾਰ। ਉਹਦੇ ਹੁਕਮ ਦੁਆਰਾ ਹੀ ਆਕਾਰ ਹੋਂਦ ਵਿੱਚ ਆਉਂਦੇ ਹਨ, ਪਰ ਹੁਕਮ ਨਾ ਕਹਿਆ ਜਾਏ। ਇਹ ਨਾਲ ਹੀ ਕਹਿਤਾ ਵੀ ਉਹਦੇ ਹੁਕਮ ਨੂੰ
ਬਿਆਨ ਨਹੀਂ ਕੀਤਾ ਜਾ ਸਕਦਾ। ਜੇ ਕੋਈ ਆਪਣੇ ਲਫ਼ਜ਼ਾਂ ਨਾਲ ਉਹਦੇ ਹੁਕਮ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰੇ, ਤੇ ਗੁਰਦੇਵ ਜੀ ਕਹਿੰਦੇ ਹੁਕਮੀ ਹੋਵਣ ਜੀ। ਉਹਦੇ ਹੁਕਮ ਦੇ ਵਿੱਚ ਹੀ ਜੀਵ ਪੈਦਾ ਹੁੰਦੇ ਹਨ। ਹੁਕਮ ਮਿਲਿਆ ਵਡਿਆਈ, ਵਡਿਆਈ ਵੀ ਉਹਦੇ ਹੁਕਮ ਵਿੱਚ ਮਿਲਦੀ। ਹੁਣ ਇਹਦਾ ਅਰਥ ਇਹ ਨਹੀਂ ਹੈ ਵੀ ਵੇਖੋ ਜਿਨ੍ਹਾਂ ਨੂੰ ਵਡਿਆਈ ਮਿਲ ਰਹੀ ਹੈ ਰੱਬ ਉਹਨਾਂ ਨੂੰ ਵਡਿਆਈ ਦੇਣਾ ਚਾਹੁੰਦਾ ਸੀ, ਜਿਨ੍ਹਾਂ ਨੂੰ ਨਹੀਂ ਵਡਿਆਈ ਮਿਲਦੀ ਉਹਨਾਂ ਨੂੰ ਵਡਿਆਈ ਨਹੀਂ ਸੀ ਦੇਣਾ ਚਾਹੁੰਦਾ। ਇਹ ਇੱਦਾਂ ਵਾ ਜਿਵੇਂ ਕਿਸੇ ਦੇਸ਼ ਦਾ ਕਾਨੂੰਨ ਹੁੰਦਾ ਹੈ, ਜਿਹੜਾ ਦੇਸ਼ ਦੇ ਕਾਨੂੰਨ ਦੀ ਪਾਲਣਾ ਕਰਦਾ ਹੈ ਉਸ ਦੇਸ਼ ਦੇ ਕਾਨੂੰਨ ਮੁਤਾਬਕ ਉਹ ਵਧੀਆ ਸਿਟੀਜ਼ਨ, ਵਧੀਆ ਨਾਗਰਿਕ ਅਖਵਾਉਂਦਾ ਹੈ। ਜਿਹੜਾ ਉਸੇ ਦੇਸ਼ ਵਿੱਚ ਰਹਿ ਕੇ ਕਾਨੂੰਨ ਦੀਆਂ ਧੱਜੀਆਂ ਉਡਾਉਂਦਾ ਹੈ, ਕਾਨੂੰਨ ਦੀ ਉਲੰਘਣਾ ਕਰਦਾ ਹੈ, ਉਹਨੂੰ ਸਜ਼ਾਵਾਂ ਵੀ ਮਿਲਦੀਆਂ ਹਨ। ਇੱਦਾਂ ਉਸ ਮਾਲਕ ਦਾ ਜੋ ਹੁਕਮ ਹੈ, ਜਿਹੜਾ ਸਾਨੂੰ ਗੁਰਬਾਣੀ ਵਿੱਚੋਂ ਗੁਰੂ ਸਾਹਿਬ ਨੇ ਬਹੁਤ ਸੌਖਿਆਂ ਤਰੀਕਿਆਂ ਨਾਲ ਸਮਝਾਉਣ ਦਾ ਯਤਨ ਕੀਤਾ ਹੈ। ਜਿਵੇਂ ਇੱਕ ਘਰ ਦੇ ਵਿੱਚ ਇੱਕ ਬਾਪ ਆਪਣੇ ਬੱਚੇ ਤੋਂ ਉਮੀਦ ਲਾਉਂਦਾ ਹੈ ਕਿ ਉਹ ਵਧੀਆ ਇਨਸਾਨ ਬਣੇ, ਪਰ ਜਦੋਂ ਬੱਚਾ ਆਪਣੀਆਂ ਮਨਮਰਜ਼ੀਆਂ ਕਰਦਾ ਹੈ ਤੇ ਕਈ ਵਾਰੀ ਆਪਣਾ ਬਣਦਾ ਹੱਕ ਵੀ ਉਹ ਨਹੀਂ ਲੈ ਪਾਉਂਦਾ। ਗੁਰਦੇਵ ਜੀ ਕਹਿੰਦੇ ਜਦੋਂ ਮਨੁੱਖ ਉਹਦੇ ਹੁਕਮ ਦੀ ਪਾਲਣਾ ਕਰਦਾ ਹੈ ਤੇ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ। ਗੁਰਦੇਵ ਪਿਤਾ ਮਹਾਰਾਜ ਬਖਸ਼ਿਸ਼ ਕਰਦੇ ਨੇ ਉਹਦੇ ਹੁਕਮ ਦੇ ਵਿੱਚ ਹੀ ਮਨੁੱਖ ਤੁਰ ਕੇ ਉੱਤਮ ਅਖਵਾਉਂਦਾ ਹੈ, ਹੁਕਮ ਦੀ ਪਾਲਣਾ ਨਾ ਕਰਕੇ ਨੀਚ ਅਖਵਾਉਂਦਾ ਹੈ। ਵੇਖੋ ਬਹੁਤ ਪਿਆਰੀ ਗੱਲ ਗੁਰੂ ਸਾਹਿਬ ਨੇ ਇਸ ਪੌੜੀ ਦੇ ਵਿੱਚ ਬਿਆਨ ਕੀਤੀ ਹੈ। ਕਿਉਂਕਿ ਅਕਸਰ ਜਦੋਂ ਮਨੁੱਖ ਸਮਾਜ ਵਿੱਚ ਅਕਸਰ ਸਾਡੇ 'ਤੇ ਵੀ ਇੱਦਾਂ ਦੇ ਕਈ ਵਾਰੀ ਸਵਾਲ ਆਉਂਦੇ ਨੇ ਵੀ ਵੇਖੋ ਜੀ ਆਪਾਂ ਕਹਿੰਦੇ ਸਾਰਾ ਕੁਝ ਰੱਬ ਦੇ ਹੁਕਮ 'ਚ ਹੁੰਦਾ ਹੈ, ਉਹਦੇ ਹੁਕਮ ਤੋਂ ਬਿਨਾਂ ਪੱਤਾ ਵੀ ਨਹੀਂ ਹਿਲਦਾ। ਇਹ ਅਕਸਰ ਬੋਲਿਆ ਜਾਂਦਾ ਹੈ। ਫਿਰ ਮਨੁੱਖ ਦੇ ਮਨ 'ਚ ਕਈ ਤਰ੍ਹਾਂ ਦੇ ਸਵਾਲ ਪੈਦਾ ਹੁੰਦੇ ਵੀ ਫਿਰ ਜਿਹੜਾ ਬਲਾਤਕਾਰ ਹੋ ਰਹੇ ਨੇ, ਚੋਰੀਆਂ ਹੋ ਰਹੀਆਂ ਨੇ, ਬੇਈਮਾਨੀਆਂ ਹੋ ਰਹੀਆਂ ਨੇ, ਲੁੱਟ ਖਸੁੱਟ ਹੋ ਰਹੀ ਹੈ, ਕਿ ਸਾਰਾ ਕੁਝ ਉਹਦੇ ਹੁਕਮ 'ਚ ਹੋ ਰਿਹਾ? ਜੇ ਸਾਰਾ ਕੁਝ ਹੀ ਉਹ ਕਰ ਰਿਹਾ ਬੰਦਾ ਤੇ ਮੁਕਤ ਹੈ ਉਹਦੇ ਵਿੱਚੋਂ। ਫਿਰ ਤਾਂ ਜਿਹੜੀ ਕਤਲੋ ਗਾਰਤ ਹੋ ਰਹੀ ਹੈ, ਜਿਹੜਾ ਕੋਈ ਕਿਸੇ ਦਾ ਕਤਲ ਕਰ ਦਿੰਦਾ ਹੈ, ਕੱਲ੍ਹ ਨੂੰ ਕੋਈ ਬੰਦਾ ਕਹੇਗਾ ਵੇਖੋ ਜੀ ਫਲਾਣੇ ਬੰਦੇ ਨੇ ਫਲਾਣੇ ਦਾ ਕਤਲ ਕਰਤਾ, ਉਹ ਕਹੇਗਾ ਵੇਖੋ ਜੀ ਇਹ ਰੱਬ ਦੇ ਹੁਕਮ 'ਚ ਆ, ਇੱਦਾਂ ਧੁਰ ਤੋਂ ਲਿਖਿਆ ਸੀ, ਮੈਂ ਕਰਤਾ, ਜੇ ਤੁਸੀਂ ਮੈਨੂੰ ਕਿਉਂ ਦੋਸ਼ੀ ਠਹਿਰਾਉਂਦੇ ਜੇ? ਬਸ ਇਹਨਾਂ ਗੱਲਾਂ ਨੂੰ ਸਮਝਣਾ ਬੜਾ ਜ਼ਰੂਰੀ ਹੈ। ਜਦੋਂ ਅਸੀਂ ਗੁਰਬਾਣੀ ਨੂੰ ਧਿਆਨ ਨਾਲ ਸਮਝਾਂਗੇ ਗੱਲ ਸਾਡੇ ਸਮਝ ਵਿੱਚ ਆ ਜਾਏਗੀ। ਹੁਣ ਇਸ ਪੌੜੀ ਨੂੰ ਧਿਆਨ ਨਾਲ ਸਮਝੋਗੇ ਤੇ ਗੱਲ ਕਲੀਅਰ ਹੋ ਜਾਏਗੀ ਵੀ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ, ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪੁਆਈਐ। ਹੁਕਮੇ ਅੰਦਰ ਸਭ ਕੋ। ਹੁਣ ਆਹ ਜਿਹੜੀ ਗੱਲ ਹੈ ਨਾ ਹੁਕਮੇ ਅੰਦਰ ਸਭ ਕੋ, ਉਹਦਾ ਹੁਕਮ ਉਹਦਾ ਨਿਯਮ ਸਾਰਿਆਂ ਤੇ ਇੱਕੋ ਜਿਹਾ ਲਾਗੂ ਹੁੰਦਾ ਹੈ। ਬਾਹਰ ਹੁਕਮ ਨਾ ਕੋਈ ਵੀ ਉਹਦੇ ਹੁਕਮ ਤੋਂ ਬਾਹਰ ਨਹੀਂ ਹੈ। ਹੁਣ ਜੇ ਸਾਰਿਆਂ ਤੇ ਉਹਦਾ ਹੁਕਮ ਲਾਗੂ ਹੁੰਦਾ ਹੈ, ਜਿਹੜਾ ਉਹਦੇ ਹੁਕਮ, ਹੁਣ ਸੌਖਿਆ ਸਮਝ ਲਓ ਜਿਵੇਂ ਇੱਕ ਬਾਪ ਦੇ ਦੋ ਪੁੱਤਰ ਨੇ। ਹੁਣ ਬਾਪ ਦੀ ਜਿਹੜੀ ਜਾਇਦਾਦ ਹੈ ਦੋਵਾਂ ਪੁੱਤਰਾਂ ਵਾਸਤੇ ਬਰਾਬਰ ਹੈ। ਦੋਵੇਂ ਪੁੱਤਰ ਉਸ ਬਾਪ ਦੀ ਜਾਇਦਾਦ ਦੇ ਬਰਾਬਰ ਹੱਕਦਾਰ ਨੇ। ਇੱਕ ਬੱਚਾ ਆਪਣੇ ਪਿਤਾ ਦੀ ਪੂਰਨ ਤੌਰ ਤੇ ਗੱਲ ਮੰਨਦਾ ਹੈ, ਪੂਰਨ ਤੌਰ ਤੇ ਉਹਦੇ ਹੁਕਮ ਦੀ ਪਾਲਣਾ ਕਰਦਾ ਹੈ, ਤੇ ਬਾਪ ਦੀਆਂ ਨਜ਼ਰਾਂ ਵਿੱਚ, ਮਾਂ ਦੀਆਂ ਨਜ਼ਰਾਂ ਵਿੱਚ ਉਹ ਉੱਤਮ ਗਿਣਿਆ ਜਾਂਦਾ ਹੈ। ਕਹਿੰਦਾ ਬਹੁਤ ਨੇਕ ਬੱਚਾ ਹੈ ਜੀ, ਬਹੁਤ ਵਧੀਆ ਬੱਚਾ ਹੈ, ਉੱਤਮ ਗਿਣਿਆ ਜਾਂਦਾ ਹੈ। ਹੁਕਮੀ ਉੱਤਮ ਨਾਲ ਸ਼ਬਦ ਆ ਗਿਆ ਨੀਚ। ਜਿਹੜਾ ਬਾਪ ਦੀ ਗੱਲ ਨਹੀਂ ਮੰਨਦਾ ਉਹ ਬਾਪ ਦੀਆਂ ਨਜ਼ਰਾਂ ਵਿੱਚ ਨੀਚ ਗਿਣਿਆ ਜਾਂਦਾ। ਹੁਣ ਨੀਚ ਬਾਪ ਨੇ ਨਹੀਂ ਬਣਾਇਆ ਉਹਨੂੰ, ਨੀਚ ਉਸ ਬੱਚੇ ਦੇ ਉਹਦੇ ਕੰਮਾਂ ਨੇ ਬਣਾਇਆ ਉਹਨੂੰ। ਕੰਮ ਉਹਨੇ ਖੁਦ ਕੀਤੇ ਨਾ, ਕਿਉਂਕਿ ਦੱਦੇ ਦੋਸ਼ ਨਾ ਦੇਉ ਕਿਸੇ ਦੋਸ਼ ਕਰਮ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰਜਨਾ। ਜੇ ਉਹ ਉੱਤਮ ਬਣਿਆ ਤੇ ਉਹ ਆਪਣੇ ਕੰਮਾਂ ਕਰਕੇ ਬਣਿਆ, ਉਹਨੇ ਉਹ ਹੁਕਮ ਦੀ ਪਾਲਣਾ ਕੀਤੀ, ਉਹਨੇ ਆਪਣੇ ਮਾਂ-ਬਾਪ ਦੀਆਂ ਉਮੀਦਾਂ ਤੇ ਖਰਾ ਉਤਰਿਆ। ਹੁਕਮੀ ਉੱਤਮ ਨਾਲ ਆ ਗਿਆ ਨੀਚ। ਨੀਚ ਵੀ ਉਹ ਆਪ ਬਣਿਆ, ਉੱਤਮ ਵੀ ਉਹ ਆਪ ਬਣਿਆ। ਉੱਤਮ ਉਹਨੇ ਚੰਗੇ ਕੰਮ ਕੀਤੇ ਨੇ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ। ਜਿਹਨੇ ਆਪਣੇ ਬਾਪ ਦੀ ਗੱਲ ਮੰਨ ਲਈ, ਪਿਤਾ ਦੀਆਂ ਉਮੀਦਾਂ ਤੇ ਖਰਾ ਉਤਰਿਆ, ਉਹ ਸੁਖੀ ਹੋ ਗਿਆ। ਜਿਹੜਾ ਆਪਣੇ ਬਾਪੂ ਦੀ ਗੱਲ ਦੀ ਪਾਲਣਾ ਨਹੀਂ ਕਰਦਾ ਉਹ ਦੁਖੀ ਹੁੰਦਾ। ਹੁਕਮੀ ਜਦੋਂ ਉਸ ਹੁਕਮੀ ਦੇ ਹੁਕਮ ਦੀ ਪਾਲਣਾ ਕਰੇਗਾ ਤਾਂ ਜੀਵਨ ਖੂਬਸੂਰਤ ਬਣੇਗਾ। ਹੁਕਮੀ ਉੱਤਮ ਨੀਚ ਹੁਕਮ ਲਿਖ। ਹੁਣ ਜਿਹੜਾ ਹੁਕਮ ਲਿਖ ਹੈ ਨਾ, ਉਹ ਹੁਕਮ ਲਿਖਣਾ ਕਿੱਥੇ ਸੀ? ਉਹ ਹੁਕਮ ਦੀ ਪਾਲਣਾ ਕਰਨੀ ਕਿੱਥੇ ਸੀ? ਆਪਣੇ ਅੰਦਰ। ਉਸ ਮਾਲਕ ਦੇ ਹੁਕਮ ਨੂੰ ਆਪਣੇ ਜੀਵਨ ਦੇ ਵਿੱਚ ਲੈ ਕੇ ਆਉਣਾ ਸੀ, ਕਿਉਂਕਿ ਬਾਹਰ ਹੁਕਮ ਨਾ ਕੋਈ, ਉਹਦੇ ਹੁਕਮ ਤੋਂ ਬਾਹਰ ਕੁਝ ਨਹੀਂ ਹੈ, ਉਹਦੇ ਹੁਕਮ ਦੇ ਅੰਦਰ ਰਵੇਗਾ। ਹੁਣ ਜਿਵੇਂ ਕੋਈ ਮਨੁੱਖ ਕਹਿੰਦਾ ਵੇਖੋ ਜੀ ਮੈਂ ਸ਼ਰਾਬ ਪੀ ਰਿਹਾ, ਉਹਦੇ ਹੁਕਮ 'ਚ ਹੀ ਪੀ ਰਿਹਾ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਨਸ਼ਾ ਤਾਂ ਉਹਦੇ ਹੁਕਮ 'ਚ ਹੀ ਪੀ ਰਿਹਾ, ਪਰ ਗੁਰਦਾ ਵੀ ਉਹਦੇ ਹੁਕਮ 'ਚ ਹੀ ਖਰਾਬ ਹੋਣਾ। ਜੇ ਕੋਈ ਬੰਦਾ ਚਰਸ ਗਾਂਜਾ ਅਫੀਮ ਜੋ ਵੀ ਆ
ਹੁਣ ਕੋਈ ਬੰਦਾ ਕਹੇ ਵੇਖੋ ਜੀ ਆ ਨਸ਼ਿਆਂ ਦੀਆਂ ਵੱਡੀਆਂ ਵੱਡੀਆਂ ਤਸਕਰੀਆਂ ਕਰ ਰਹੇ ਨੇ ਬੰਦੇ, ਨਸ਼ੇ ਵੇਚ ਰਹੇ ਨੇ, ਸਮੈਕਾਂ ਵੇਚ ਰਹੇ ਨੇ, ਇਹ ਉਹਦੇ ਹੁਕਮ 'ਚ ਵੇਚ ਰਹੇ, ਬਿਲਕੁਲ ਉਹਦੇ ਹੁਕਮ 'ਚ ਵੇਚ ਰਹੇ ਨੇ। ਪਰ ਜਦੋਂ ਕੱਲ੍ਹ ਨੂੰ ਪੁਲਿਸ ਨੇ ਆਣ ਕੇ ਛਿੱਤਰ ਪਰੇਡ ਕਰਨੀ ਹੈ, ਉਹਨਾਂ ਦੀ ਜਾਇਦਾਦ ਕੁਰਕ ਹੋਣੀ ਹੈ, ਜਦੋਂ ਉਹਨਾਂ 'ਤੇ ਲਾਠੀ ਚਾਰਜ ਹੋਣਾ ਵਾ, ਜਦੋਂ ਉਹਨਾਂ ਨੂੰ ਸਜ਼ਾਵਾਂ ਮਿਲਣੀਆਂ ਨੇ, ਇਹ ਵੀ ਉਹਦੇ ਹੁਕਮ 'ਚ ਹੀ ਹੋਣਾ। ਜੇ ਬੰਦਾ ਕਦਮ ਉਹਦੇ ਹੁਕਮ 'ਚ ਪੁੱਟਦਾ ਗਲਤ, ਤੇ ਸਜ਼ਾ ਵੀ ਮੁੜ ਕੇ ਉਹਦੇ ਹੁਕਮ ਦੇ ਅੰਦਰ ਰਹਿ ਕੇ ਉਸ ਨੂੰ ਮਿਲਣੀ ਹੈ। ਤਾਂ ਫਿਰ ਗੱਲ ਨੂੰ ਸਮਝੀਏ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ। ਜਿਹੜਾ ਆਪਣੇ ਬਾਪੂ ਦੀ ਗੱਲ ਮੰਨ ਲੈਂਦਾ ਉਹ ਸੁਖੀ ਹੁੰਦਾ, ਜਿਹੜਾ ਬਾਪੂ ਦੀ ਗੱਲ ਨਹੀਂ ਮੰਨਦਾ ਉਹ ਦੁਖੀ ਹੁੰਦਾ। ਹੁਣ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆਂ, ਇੱਕ ਨਾ ਹੁਕਮੀ ਬਖਸ਼ੀਸ਼। ਹੁਣ ਇੱਕ ਉਹ ਬੱਚਾ ਸੀ ਜਿਹਨੇ ਆਪਣੇ ਬਾਪੂ ਦੀ ਜਾਇਦਾਦ ਬਖਸ਼ਿਸ਼ ਦੇ ਰੂਪ 'ਚ ਲੈ ਲਈ। ਇੱਦਾਂ ਬਾਪ ਆਵਾਜ਼ ਮਾਰਦਾ, ਪੁੱਤਰਾ ਇੱਧਰ ਆ। ਪੁੱਤਰ ਨੂੰ ਆਵਾਜ਼ ਮਾਰੀ, ਕਹਿੰਦਾ ਇੱਧਰ ਆ। ਹਾਂਜੀ ਬਾਪੂ ਜੀ। ਕਹਿੰਦਾ ਪੁੱਤਰਾ ਵੇਖ, ਬਾਅਦ ਵਿੱਚ ਤੂੰ ਸਰਕਾਰੀ ਦਰਬਾਰੇ ਟੱਕਰਾਂ ਮਾਰਦਾ ਰਹੇਗਾ, ਪਟਵਾਰੀ ਕਾਨੂੰਗੋ ਤਹਿਸੀਲਦਾਰਾਂ ਦੇ ਕੋਲ ਚੱਕਰ ਲਾਉਂਦਾ ਰਹੇਗਾ। ਮੇਰਾ ਦਿਲ ਕਰਦਾ ਕਿ ਮੈਂ ਜਿਉਂਦੇ ਜੀ ਜਿਹੜੀ ਜਾਇਦਾਦ ਆ ਤੇਰੇ ਨਾਂ ਕਰਾ ਦਿਆਂ। ਹੁਣ ਉਹਨੇ ਮੰਗੀ ਨਹੀਂ, ਪਰ ਬੱਚੇ ਦੇ ਕੰਮਾਂ ਨੇ ਬਾਪ ਨੂੰ ਜ਼ਮੀਨ ਦੇਣ ਲਈ ਮਜਬੂਰ ਕਰ ਦਿੱਤਾ। ਉਹਨੂੰ ਉਹ ਬਖਸ਼ਿਸ਼ ਦਾ ਉਹ ਜਾਇਦਾਦ ਦੇ ਰੂਪ 'ਚ ਸਭ ਕੁਝ ਲੈ ਗਿਆ। ਇੱਕ ਦੂਜਾ ਬੱਚਾ ਜਿਹਨੂੰ ਆਪਣੀ ਜਾਇਦਾਦ ਲੈਣ ਵਾਸਤੇ ਭਵਾਈਆਂ ਅਦਾਲਤਾਂ ਦੇ ਚੱਕਰ ਲਾਉਣੇ ਪੈ ਰਹੇ ਨੇ। ਜਾਇਦਾਦ ਉਹਦੀ ਆ, ਕੋਰਟ ਕਚਹਿਰੀਆਂ ਦੇ ਵਿੱਚ ਆਪਣੀ ਜਾਇਦਾਦ ਲੈਣ ਵਾਸਤੇ ਉਹਨੂੰ ਧੱਕੇ ਖਾਣੇ ਪੈ ਰਹੇ ਆ। ਤੇ ਕਈ ਵਾਰੀ ਆਪਣੀ ਜਾਇਦਾਦ ਵੀ ਉਹਨੂੰ ਪੂਰਨ ਤੌਰ ਤੇ ਨਹੀਂ ਮਿਲਦੀ, ਤੇ ਕਈ ਵਾਰੀ ਬਾਪ ਨੂੰ ਅਖਬਾਰ ਦੇ ਵਿੱਚ ਕਢਾਉਣਾ ਪੈਂਦਾ ਕਿ ਮੈਂ ਆਪਣੇ ਪੁੱਤਰ ਤੇ ਨੂੰਹ ਨੂੰ ਚੱਲ ਤੇ ਅਚਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ। ਹੁਣ ਉਹ ਬੇਦਖਲ ਕਿਉਂ ਹੋਇਆ? ਕਿਉਂਕਿ ਉਹ ਬਾਪੂ ਦੀਆਂ ਉਮੀਦਾਂ ਤੇ ਖਰਾ ਨਹੀਂ ਉਤਰਿਆ। ਹੁਣ ਇਸ ਗੱਲ ਨੂੰ ਸਮਝਣਾ ਬੜਾ ਜ਼ਰੂਰੀ ਹੈ। ਬਾਪੂ ਨੇ ਉਹਨੂੰ ਨੀਚ ਨਹੀਂ ਬਣਾਇਆ, ਉਹਦੀਆਂ ਹਰਕਤਾਂ ਨੇ ਨੀਚ ਬਣਾਇਆ ਉਹਨੂੰ। ਹੁਣ ਆਪਾਂ ਦੂਜੀ ਗੱਲ ਤੁਰੀਏ। ਬਾਪ ਦੇ ਦੋ ਬੱਚੇ ਨੇ, ਦੋਵਾਂ ਨੂੰ ਇੱਕੇ ਸਕੂਲ 'ਚ ਪੜ੍ਹਨੇ ਪਾਇਆ, ਇੱਕੋ ਜਿਹੀ ਵਰਦੀ ਲੈ ਕੇ ਦਿੰਦਾ, ਇੱਕੋ ਜਿਹਾ ਖਾਣਾ ਬਣ ਕੇ ਜਾਂਦਾ, ਇੱਕੋ ਜਿਹੀਆਂ ਕਿਤਾਬਾਂ, ਪੈਨ, ਪੈਨਸਲਾਂ, ਸਭ ਕੁਝ ਇੱਕੋ ਜਿਹਾ ਮਿਲਦਾ। ਇੱਕ ਬੱਚਾ ਜਾ ਕੇ ਕਲਾਸ ਵਿੱਚ ਇਮਾਨਦਾਰੀ ਨਾਲ ਪੜ੍ਹਦਾ, ਇੱਕ ਬੱਚਾ ਕਲਾਸ ਵਿੱਚ ਇਮਾਨਦਾਰੀ ਨਾਲ ਪੜ੍ਹਦਾ, ਉਹ ਪੜ੍ਹ ਕੇ ਮਿਹਨਤ ਕਰਕੇ ਵੱਡੇ ਅਹੁਦੇ ਤੇ ਪਹੁੰਚ ਜਾਂਦਾ, ਅਫਸਰ ਲੱਗ ਜਾਂਦਾ। ਦੂਜਾ ਬੱਚਾ ਉਹ ਹੈ ਜਿਹਨੂੰ ਬਾਪ ਨੇ ਜੇਬ ਖਰਚ ਬਰਾਬਰ ਦਿੱਤਾ, 5-5, 10-10 ਰੁਪਈਏ ਦੋਵਾਂ ਨੂੰ ਬਰਾਬਰ ਦਿੰਦਾ ਰਿਹਾ। ਇੱਕ ਉਹਦੇ ਵਿੱਚੋਂ ਵੀ ਬਚਾ ਕੇ ਕਿਤਾਬ ਲੈਂਦਾ ਰਿਹਾ, ਪੈਨਸਲ ਲੈਂਦਾ ਰਿਹਾ, ਪੈਨ ਲੈਂਦਾ ਰਿਹਾ, ਆਪਣੇ ਚੰਗੇ ਕੰਮਾਂ ਤੇ ਇੱਕ ਦੂਜਾ ਸੀ ਜਿਹੜਾ ਉਸ ਪੈਸੇ ਨਾਲ ਆਪਣੀ ਜ਼ੁਬਾਨ ਦੇ ਚਸਕੇ ਪੂਰੇ ਕਰਦਾ। ਹੌਲੀ ਹੌਲੀ ਉਹਨੂੰ ਚੋਰੀ ਦੀ ਆਦਤ ਪੈ ਗਈ। ਕਦੀ ਕਿਹਦਾ ਪੈਨ ਚੁੱਕ ਲਾ, ਕਦੀ ਕਿਹਦੀ ਪੈਨਸਲ ਚੱਕ ਲਾ, ਕਦੀ ਕਿਹਦੀ ਕਿਤਾਬ ਚੱਕ ਲਾ। ਹੌਲੀ ਹੌਲੀ ਇੱਕ ਚੰਗੇ ਬੰਨੇ ਤੁਰ ਪਿਆ, ਇੱਕ ਮਾੜੇ ਬੰਨੇ ਤੁਰ ਪਿਆ। ਇੱਕੇ ਮਾਂ ਦੀ ਕੁੱਖ ਤੋਂ ਜਨਮ ਲੈਣ ਵਾਲਾ ਬੱਚਾ ਇੱਕ ਉੱਚੇ ਅਹੁਦੇ ਤੇ ਬੈਠਾ ਹੈ, ਇੱਕ ਚੋਰੀ ਦੀ ਆਦਤ ਕਰਦਾ ਕਰਦਾ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਬੈਠਾ ਹੈ। ਹੁਣ ਉਹਨੂੰ ਚੋਰ ਕਿਹਨੇ ਬਣਾਇਆ? ਅੱਜ ਜੇਲ੍ਹ ਦੀਆਂ ਸਲਾਖਾਂ ਪਿੱਛੇ ਕਿਹਨੇ ਤੱਕਿਆ? ਉੱਥੇ ਬੜਾ ਪਿਆਰਾ ਬਾਣੀ ਦਾ ਵਾਕਿਆ ਵੀ ਦੱਸਦਾ ਹੈ, ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾ ਆਪਣੇ, ਜੋ ਮੈਂ ਕੀਆ ਜੋ ਤੂੰ ਕੀਤਾ ਸੋ ਮੈਂ ਪਾਇਆ ਉਹ ਤੂੰ ਪਾ ਲਿਆ। ਦੋਸ਼ ਨਾ ਦੀਜੈ ਅਵਰ ਜਨਾ, ਇਹ ਦੋਸ਼ ਤੂੰ ਕਿਸੇ ਅਵਰ ਜਨ, ਕਿਸੇ ਹੋਰ ਦੇ ਮੱਥੇ ਤੇ ਇਹ ਦੋਸ਼ ਨਹੀਂ ਮੜ ਸਕਦਾ ਭਾਈ ਤੂੰ। ਤੋ ਹੁਕਮ ਦੀ ਜਿਹੜੀ ਡੈਫੀਨੇਸ਼ਨ ਗੁਰੂ ਪਾਤਸ਼ਾਹ ਹੋਈ, ਇਹ ਬੜਾ ਸਵਾਲ ਸਾਡੇ ਸਾਹਮਣੇ ਬਾਰ-ਬਾਰ ਘੁੰਮਦਾ। ਵੇਖੋ ਜੀ, ਆਪਾਂ ਕਹਿੰਦੇ ਸਭ ਕੁਝ ਉਹਦੇ ਹੁਕਮ ਚੋਰਿਆ, ਰਿਸ਼ਵਤਾਂ, ਚੋਰੀਆਂ, ਬੇਈਮਾਨੀਆਂ, ਇਹ ਵੀ ਉਹਦੇ ਹੁਕਮ ਚੋਰੀਆਂ ਨੇ। ਇਸ ਗੱਲ ਨੂੰ ਸਮਝਣਾ ਬੜਾ ਜ਼ਰੂਰੀ ਹੈ। ਜਿਵੇਂ ਕਿਸੇ ਦੇਸ਼ ਦਾ ਕਾਨੂੰਨ ਜਿਹੜਾ ਉਸ ਦੇਸ਼ ਵਿੱਚ ਪੈਦਾ ਹੋਇਆ ਉਹਦੇ ਲਈ ਵੀ ਓਨਾ ਹੀ ਜ਼ਰੂਰੀ ਹੁੰਦਾ, ਜਿਹੜਾ ਬਾਹਰੋਂ ਆਣ ਕੇ ਉਸ ਦੇਸ਼ ਵਿੱਚ ਵਸਿਆ ਹੁੰਦਾ ਉਹਦੇ ਲਈ ਵੀ ਓਨਾ ਹੀ ਜ਼ਰੂਰੀ ਹੁੰਦਾ। ਕਈ ਤੁਸੀਂ ਬੰਦੇ ਵੇਖੇ ਹੋਣੇ ਆ, ਅਕਸਰ ਜਦੋਂ ਬਾਹਰਲੀਆਂ ਕੰਟਰੀਆਂ ਜਾਈਦਾ, ਇੱਕ ਬੰਦਾ 10 ਸਾਲ ਤੋਂ ਇਸ ਦੇਸ਼ ਵਿੱਚ ਰਹਿ ਰਿਹਾ, ਉਹਦੀ ਬਹੁਤ ਵਧੀਆ ਉਹਨੇ ਆਪਣੀ ਜ਼ਿੰਦਗੀ ਜਿਉਣੀ ਸਿੱਖ ਲਈ, ਸਰਕਾਰੀ ਦਰਬਾਰੇ ਵੀ ਉਹਦੀ ਮੰਨੀ ਜਾਂਦੀ ਹੈ, ਉਹਨੇ ਆਪਣੀਆਂ ਕਿਸ਼ਤਾਂ ਪੂਰੀਆਂ ਤਾਰੀਆਂ, ਆਪਣਾ ਰਿਟਰਨ ਪੂਰੀ ਭਰੀ ਹੈ, ਜੋ ਉਹਦਾ ਟੈਕਸ ਬਣਦਾ ਉਹ ਪੂਰਾ ਸਰਕਾਰ ਦੇ ਖਜ਼ਾਨੇ 'ਚ ਪੂਰਾ ਟੈਕਸ ਆਪਣਾ ਤਾਰਦਾ, ਬਹੁਤ ਵਧੀਆ, ਉਹਨੂੰ ਕਿਸੇ ਦੀ ਸਿਫਾਰਿਸ਼ ਦੀ ਲੋੜ ਨਹੀਂ ਪੈਂਦੀ, ਉਹਨੂੰ ਅਗਲੇ ਕਹਿੰਦੇ ਬਹੁਤ ਵਧੀਆ ਸਿਟੀਜ਼ਨ ਇਨਸਾਨ ਹੈ। ਵੀ ਇੱਕ ਬੰਦਾ 40 ਸਾਲ ਤੋਂ ਉਸ ਦੇਸ਼ ਵਿੱਚ ਰਹਿ ਰਿਹਾ, ਉਹ ਆਪਣਾ ਵਕਾਰ ਵਧੀਆ ਨਹੀਂ ਬਣਾ ਸਕਿਆ। ਹੁਣ ਉਹ ਦੇਸ਼ ਦਾ ਕਸੂਰ ਨਹੀਂ ਕੱਢ ਸਕਦਾ, ਉੱਥੇ ਉਹਦਾ ਆਪਣਾ ਹੈ। ਇੱਕ ਵਿਅਕਤੀ ਨੇ ਦੇਸ਼ ਦੇ ਕਾਨੂੰਨ ਦੀ ਪਾਲਣਾ ਕੀਤੀ, ਵਧੀਆ ਸਿਟੀਜ਼ਨ ਬਣ ਗਿਆ, ਇੱਕ ਨੇ ਦੇਸ਼ ਦੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ, ਉਹ ਦੇਸ਼ ਦੇ ਕਾਨੂੰਨ ਦੇ ਮੁਤਾਬਕ ਵਧੀਆ ਇਨਸਾਨ, ਵਧੀਆ ਨਾਗਰਿਕ ਨਹੀਂ ਬਣ ਸਕਿਆ। ਤੋ ਇੱਦਾਂ ਹੀ ਉਸ ਮਾਲਕ ਦਾ ਜੋ ਹੁਕਮ ਹੈ, ਜੋ
ਸਚਿਆਰਾ ਬਣਨ ਵਾਸਤੇ। ਗੱਲ ਇੱਥੇ ਹੋ ਰਹੀ ਹੈ ਸਚਿਆਰਾ, ਕਿਉਂਕਿ ਜਿਹੜਾ ਰਹਾਉ ਦਾ ਬੰਦ ਹੈ, ਜਿਹੜੀ ਪੰਕਤੀ ਇਹ ਹੈ, ਇਹਦੇ ਬੰਨੇ ਬੰਨੇ ਆਪਾਂ ਸਾਰੀ ਗੱਲ ਕਰਨੀ ਹੈ ਵੀ ਇਹ ਮਨੁੱਖ ਦਾ ਮਨ ਸਚਿਆਰਾ ਕਿਵੇਂ ਬਣੇ। ਕਿਉਂਕਿ ਅੱਜ ਸਚਿਆਰਾ ਨਹੀਂ, ਤਾਂ ਹੀ ਗੁਰਦੇਵ ਨੂੰ ਕਹਿਣਾ ਪਿਆ ਵੀ ਕਿਵੇਂ ਸਚਿਆਰਾ ਹੋਈ ਹੈ, ਕਿਵੇਂ ਕੂੜੇ ਤੁੱਡੇ। ਪਰ ਸਚਿਆਰਾ ਬਣਨ ਵਾਸਤੇ ਤੈਨੂੰ ਉਸ ਹੁਕਮੀ ਦੇ ਹੁਕਮ ਦੀ ਪਾਲਣਾ ਕਰਨੀ ਪੈਣੀ ਹੈ। ਹੁਕਮੀ ਉੱਤਮ, ਤੂੰ ਉੱਤਮ ਬਣਨ ਵਾਸਤੇ ਤੈਨੂੰ ਉਹਦੇ ਹੁਕਮ ਵਿੱਚ ਤੁਰਨਾ ਪੈਣਾ। ਅਤੇ ਹੁਕਮ ਵਿੱਚ ਤੁਰਨਾ ਕਿੱਦਾਂ ਹੈ? ਉਹ ਹੁਕਮ ਹੈ ਕਿ ਸਾਨੂੰ ਗੁਰਬਾਣੀ ਬੜੇ ਸੁੰਦਰ ਸ਼ਬਦਾਂ ਵਿੱਚ ਬਿਆਨ ਕਰਦੀ ਹੈ ਕਿਵੇਂ ਅਸੀਂ ਆਪਣੇ ਮਨ ਨਾਲ ਜੰਗ ਕਰਨੀ ਹੈ, ਕਿਵੇਂ ਅਸੀਂ ਇਹਨਾਂ ਪੰਜਾਂ ਵਿਕਾਰਾਂ ਤੋਂ ਖਹਿੜਾ ਛਡਾਉਣਾ ਜਿਹੜੇ ਸਾਨੂੰ ਉਂਗਲਾਂ 'ਤੇ ਨਚਾਉਂਦੇ ਨੇ। ਮ੍ਰਿਗ, ਮੀਨ, ਭ੍ਰਿੰਗ, ਪਤੰਗ, ਕੁੰਚਰ, ਏਕ ਦੋਖ ਵਿਨਾਸ਼, ਜਿਹੜੇ ਇਹ ਇੱਕ ਇਹਨਾਂ ਜੀਵਾਂ ਨੂੰ ਤੰਗ ਕਰਦੇ ਨੇ। ਪੰਚ ਦੋਖ ਅਸਾਸ ਜਾਮੇ, ਬੰਦੇ ਇਕੱਲੇ 'ਚ ਪੰਜੇ ਨੇ ਤਾਂ ਕਿ ਕੀਰਤ ਕਾਸ, ਬੰਦੇ ਦੀ ਕਿਉਂਕਿ ਤਾਂ ਹੀ ਆਖਿਆ ਮਾਧੋ ਅਵਿਦਿਆ ਹਿਤ ਕੀਨ। ਹੇ ਮਾਧੋ, ਮਨੁੱਖ ਨੇ ਅਵਿਦਿਆ ਨਾਲ ਹਿੱਤ ਕਰ ਲਿਆ ਅਤੇ ਵਿਵੇਕ ਦੀਪ ਮਲੀਨ, ਜਿਹੜਾ ਵਿਵੇਕ ਦਾ ਦੀਵਾ ਸੀ ਧੁੰਦਲਾ ਹੋ ਗਿਆ, ਜਿਹਦੇ ਨਾਲ ਜਿਹੜਾ ਪਰਖ ਵਾਲਾ ਪੱਖ ਸੀ, ਜਿਹਦੇ ਨਾਲ ਪਰਖ ਕੇ ਅਸੀਂ ਚੰਗੇ ਮਾੜੇ ਕੰਮ ਕਰਨੇ ਸੀ, ਉਹ ਦੀਵਾ ਧੁੰਦਲਾ ਹੋ ਗਿਆ। ਸਚਿਆਰਾ ਕਿੱਥੋਂ ਬਣਨਾ ਸੀ? ਤਾਂ ਹੀ ਆਖਿਆ ਸੀ ਮਲਣ ਭਈ ਮਤ ਮਾਧਵਾ, ਮੈਲੀ ਮਤ ਹੋ ਗਈ ਤੇਰੀ ਗਤ ਲਖੀ ਨਾ ਜਾਏ। ਜਦੋਂ ਤੁਸੀਂ ਪੁਰਾਣੇ ਸਮੇਂ 'ਚ ਲਾਂਟਣਾ ਹੁੰਦੀਆਂ ਸੀ, ਪੁਰਾਣੇ ਬਜ਼ੁਰਗਾਂ ਨੂੰ ਤਾਂ ਪਤਾ ਹੋਣਾ, ਜਦੋਂ ਸ਼ਾਮਾਂ ਪੈਣੀਆਂ ਅਤੇ ਮਾਂ ਨੇ ਕਈ ਵਾਰੀ ਕਹਿਣਾ ਵੀ ਆਹ ਕੱਪੜਾ ਲੈ ਕੇ ਚਿਮਣੀ ਸਾਫ਼ ਕਰ ਦੇ ਜੀ। ਉਹਦੇ ਪਿੱਛੇ ਇੱਕ ਵਜ੍ਹਾ ਸੀ ਵੀ ਚਿਮਣੀ ਉਹ ਸੀਸਾ ਇਸ ਕਰਕੇ ਸਾਫ਼ ਕਰੀਦਾ ਸੀ ਵੀ ਜਿਹੜਾ ਅੰਦਰ ਜੋਤ ਜਗਦੀ ਆ ਉਹਦਾ ਚਾਨਣ ਬਾਹਰ ਤਾਂ ਆਏਗਾ ਜੇ ਸੀਸਾ ਸਾਫ਼ ਹੋਏਗਾ। ਅਤੇ ਅੱਜ ਹੈ ਤਾਂ ਸਾਰਿਆਂ ਵਿੱਚ ਹੀ ਉਹ ਮਾਲਕ ਆ, ਪਰ ਸਾਡੇ ਮਨ ਦਾ ਹੀ ਸੀਸਾ ਇੰਨਾ ਕਾਲਾ ਹੋ ਗਿਆ। ਇਸ ਮਨ ਕੋ ਜਨਮ ਜਨਮ ਕੀ ਮਾਲਾ ਲੱਗ ਗਈ, ਕਾਲਾ ਹੋਆ ਸਿਆ। ਇਸ ਮਨ ਨੂੰ ਕਾਲਖੀ ਇੰਨੀ ਲੱਗ ਚੁੱਕੀ ਹੈ ਵੀ ਇੱਕ ਦੂਜੇ ਦੇਸ ਹੀ ਨਹੀਂ ਰਿਹਾ। ਹੈਗੀ ਸਭ ਮੈਂ ਜੋਤ, ਜੋਤ ਹੈ ਸੋਏ, ਤਿਸਦੇ ਚਰਨ ਸਭ ਮੈਂ ਚਰਨ ਹੋਏ। ਹੈਗਾ ਤੇ ਸਾਰਿਆਂ 'ਚ ਸੀ ਪਰ ਦਿਸਦਾ ਕਿਉਂ ਨਹੀਂ? ਕਿਉਂਕਿ ਮੱਧ ਦਾ ਸੀਸਾ ਕਾਲਾ ਕਰ ਬੈਠੇ ਆਪਣਾ, ਐਨ ਭੈ ਪੀਤ ਹੋਇਆ ਪਿਆ। ਤੂੰ ਗੁਰਦੇਵ ਜੀ ਕਹਿੰਦੇ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ, ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਜ਼ਾ ਪਵਾਈਐ। ਚੱਕਰਾਂ 'ਚ ਪੈ ਗਿਆ, ਅਦਾਲਤਾਂ ਦੇ ਚੱਕਰਾਂ 'ਚ ਪੈ ਗਏ। ਉਹ ਖਜਲ ਹੋ ਰਹੇ ਨੇ ਕੌਣ? ਲੋਕ, ਜਿਹੜੇ ਲੋਕ ਹੁਕਮ ਦੀ ਪਾਲਣਾ ਨਹੀਂ ਕਰਦੇ। ਤਾਂ ਇਹੋ ਹੀ ਗੱਲ ਗੁਰੂ ਸਾਹਿਬ ਜੀ ਨੇ ਮਾਰੂ ਰਾਗ ਵਿੱਚ ਵੀ ਬਿਆਨ ਕੀਤੀ ਵੀ ਕਰਨੀ ਕਾਗਦ ਮਨ ਮਸਵਾਣੀ। ਹੇ ਇਨਸਾਨ, ਆਪਣਾ ਜਿਹੜਾ ਜੀਵਨ ਹੈ ਨਾ, ਜਿਹੜਾ ਤੇਰਾ ਕਰੈਕਟਰ ਹੈ, ਕਰਨੀ, ਹੁਣ ਕਰਨੀ ਤੂੰ ਖੁਦ ਆਪ ਬਣਾਈ ਹੈ ਨਾ। ਕਰਨੀ ਪੇਪਰ ਹੈ, ਕਰਨੀ ਕਾਗਦ, ਅਤੇ ਮਨ ਮਸਵਾਣੀ। ਜਿਹੜੇ ਮਨ ਦੇ ਵਿੱਚ ਸੰਸਕਾਰ ਇਕੱਠੇ ਹੋਏ ਆ ਨਾ, ਇਹ ਸ਼ਾਹੀ ਦੀ ਦਵਾਤ ਹੈ। ਹੁਣ ਜਿੱਦਾਂ ਦੀ ਸ਼ਾਹੀ ਹੋਏਗੀ ਉੱਦਾਂ ਦਾ ਹੀ ਆਰਟੀਕਲ ਲਿਖਿਆ ਜਾਣਾ। ਮਨ ਮਸਵਾਣੀ, ਬੁਰਾ ਤੇ ਭਲਾ, ਦੋ ਸ਼ਬਦ ਵਰਤੇ ਉੱਥੇ, ਬੁਰਾ ਭਲਾ ਦੋਏ ਲੇਖ ਪਏ। ਹੁਣ ਜਿੱਦਾਂ ਦੀ ਸ਼ਾਹੀ ਹੋਏਗੀ ਉੱਦਾਂ ਦਾ ਲੇਖ ਲਿਖਿਆ ਜਾਣਾ। ਜੇ ਸ਼ਾਹੀ ਤੇਰੇ ਕੋਲ ਚੰਗੀ ਆ ਤਾਂ ਚੰਗਾ ਲੇਖ ਲਿਖਿਆ ਜਾਏਗਾ, ਜਾਣੀ ਕਿ ਜੇ ਸੰਸਕਾਰ ਚੰਗੇ ਨੇ ਤਾਂ ਲੇਖ ਚੰਗਾ ਲਿਖਿਆ ਜਾਏਗਾ। ਹੁਣ ਲੇਖ ਕਿਹਨੇ ਲਿਖਣਾ? ਤੂੰ ਖੁਦ ਆਪ ਲੇਖ, ਕਿਸੇ ਹੋਰ ਨੇ ਨਹੀਂ ਲਿਖਣਾ। ਹੁਣ ਬੱਚਾ ਪੜ੍ਹਦਾ ਹੈ, ਉਹਨੇ ਕੀ ਬਣਨਾ? ਉਹਦਾ ਆਪਣਾ ਡਿਸੀਜਨ ਹੈ। ਮੈਂ ਡਾਕਟਰ ਬਣਨਾ ਹੈ, ਮੈਂ ਇੰਜੀਨੀਅਰ ਬਣਨਾ ਹੈ, ਮੈਂ ਪਾਇਲਟ ਬਣਨਾ ਹੈ, ਮੈਂ IPS ਬਣਨਾ ਹੈ, ਮੈਂ IAS ਬਣਨਾ ਹੈ। ਇਹ ਉਹਦੀ ਆਪਣੀ ਮਰਜ਼ੀ ਹੈ। ਜਿੱਦਾਂ ਦੀ ਉਹ ਸੋਚ ਰੱਖਦਾ ਉੱਦਾਂ ਦਾ ਉਹ ਬਣ ਜਾਂਦਾ। ਉਹ ਜਿਹਨੇ ਪਾਇਲਟ ਬਣਨਾ, ਉਹ ਆਪਣੇ ਬ੍ਰੇਨ 'ਚ ਉਹੋ ਜਿਹੀਆਂ ਵਿਚਾਰਾਂ ਰੋਜ਼ ਲੈ ਕੇ ਆਉਂਦਾ। ਤਾਂ ਗੁਰੂ ਸਾਹਿਬ ਜੀ ਇੱਥੇ ਕਿੰਨੇ ਪਿਆਰੇ ਬਖਸ਼ਿਸ਼ ਭਰੇ ਬਚਨ ਕਰ ਰਹੇ ਨੇ ਕਿ ਬੰਦਿਆ, ਹਰ ਗੱਲ ਜਦੋਂ ਤੂੰ ਇੱਦਾਂ ਸਮਝੇਂਗਾ ਤੈਨੂੰ ਜ਼ਿੰਦਗੀ ਜੂਣ ਦਾ, ਕਿਉਂਕਿ ਇਹ ਉਹ ਸ਼ਬਦ ਨੇ, ਇਹ ਉਹ ਬਾਣੀ ਹੈ ਜਿਨ੍ਹਾਂ ਦੇ ਪਾਠ ਪਠਨ ਹੋਈ ਜਾ ਰਹੇ ਨੇ, ਜਿਨ੍ਹਾਂ ਦੀਆਂ ਕੋਤਰੀਆਂ ਹੋਈ ਜਾ ਰਹੀਆਂ ਨੇ, ਗਿਣਤੀਆਂ 'ਚ ਪਾਠ ਹੋ ਰਹੇ ਨੇ। ਆ ਕਈਆਂ ਦੇ ਫੋਨ ਆਏ, ਵੇਖੋ ਜੀ ਅਸੀਂ ਲਾਕਡਾਊਨ 'ਚ ਅਸੀਂ 15 ਪਾਠ ਰੋਜ਼ ਕਰਦੇ। ਉਹ ਭਾਈ ਗਿਣਤੀਆਂ ਮਿਣਤੀਆਂ ਦੇ ਚੱਕਰਾਂ 'ਚ ਨਾ ਪਾਓ, ਇੱਕ ਸ਼ਬਦ ਰੋਜ਼ ਪੜ੍ਹ ਲਓ, ਪਰ ਉਹਨੂੰ ਵਿਚਾਰੋ। ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੈ। ਕਿਆ ਪੜ੍ਹੀਏ, ਕਿਆ ਗੁਣੀ ਹੈ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ? ਕੁਐਸਚਨ ਮਾਰਕ ਲਾਤਾ। ਕੀ ਹੋਏਗਾ ਪੜ੍ਹਨ ਸੁਣਨ ਨਾਲ? ਜਦ ਸਹਿਜ ਨਾ ਮਿਲੇ ਉਸ ਹੋਈ। ਪੜ੍ਹ ਗੱਡੀ ਲੱਦੀਆਂ, ਪੜ੍ਹ ਇਹ ਸ਼ਬਦ ਕਿਉਂ ਵਰਤੇ? ਗੁਰਦੇਵ ਜੀ ਨੇ ਇਹ ਹਵਾਲੇ ਕਿਉਂ ਦਿੱਤੇ? ਪਾਠ ਪੜ੍ਹਿਓ ਔਰ ਵੇਦ ਵਿਚਾਰਿਓ। ਨਿਵਲ ਭਿਅੰਗਮ ਸਾਧੇ ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਦਕ ਅਹਮ ਬੁੱਧ ਬਾਧੇ। ਕੰਮ ਉਲਟਾ ਹੋ ਗਿਆ। ਜਿੰਨਾ ਪੜ੍ਹਿਆ ਉਹਨਾਂ ਅਹਮ ਬੁੱਧ, ਉਹਨਾਂ ਹੰਕਾਰ ਦੇ ਵਿੱਚ ਹੋਰ ਵੱਜ ਗਿਆ ਵੀ ਮੇਰੇ ਨਾਲ ਦਾ ਤੇ ਪਾਠੀ ਕੋਈ ਨਹੀਂ, ਮੇਰੇ ਨਾਲ ਤੇ ਗੁਣੀ ਗਿਆਨੀ ਕੋਈ ਨਹੀਂ, ਮੇਰੇ ਵਰਗਾ ਤੇ ਕਥਾਵਾਚਕ ਕੋਈ ਨਹੀਂ, ਮੇਰੇ ਵਰਗਾ ਤੇ ਸਮਝਾਉਣ ਵਾਲਾ ਕੋਈ ਨਹੀਂ। ਜਿੱਦਾਂ ਦੀ ਮੈਂ ਗੱਲ ਕਰਦਾ ਕੋਈ ਦੂਜਾ ਕਰ ਹੀ ਨਹੀਂ ਸਕਦਾ। ਜੋ ਮੈਂ ਰਾਹ ਵਿਖਾਇਆ ਕਿਸੇ ਹੋਰ ਨੂੰ ਵਿਖਾਉਣਾ ਆਉਂਦਾ ਹੀ ਨਹੀਂ। ਇਹ ਬੜੀ ਵੱਡੀ ਸਮੱਸਿਆ। ਪਾਤਸ਼ਾਹ ਕਹਿੰਦੇ ਬਾਣੀ ਨੂੰ ਸਮਝਣਾ, ਗੁਰਬਾਣੀ ਦੀ ਵਿਚਾਰ ਜਿਹੜੀ ਹੈ ਕਿੱਦਾਂ ਆਪਣੀ ਜ਼ਿੰਦਗੀ ਨੂੰ ਜਿਉਣਾ ਹੈ, ਗੁਰਦੇਵ ਨੇ ਕਿੰਨੇ ਸੌਖੇ ਹਵਾਲੇ ਦੇ ਕੇ ਸਮਝਾਇਆ। ਹੁਣ ਜਪ ਬਾਣੀ ਦੀ ਦੂਜੀ ਪੌੜੀ ਹੈ। ਹੁਣ ਕੋਈ ਬੰਦਾ ਕਹੇ ਜੀ ਮੈਂ 15 ਪਾਠ ਰੋਜ਼ ਕਰਦਾ,
ਤੂੰ 15 ਪਾਠ ਕਰਨ ਦੀ ਬਜਾਏ ਪਾਠ ਭਾਵੇਂ ਅੱਧਾ ਇੱਕ ਕਰ, ਪਰ ਇੱਕ ਇੱਕ ਲਾਈਨ, ਇੱਕ ਇੱਕ ਪੰਕਤੀ ਨੂੰ ਧਿਆਨ ਨਾਲ ਸਮਝੋ। ਜਿਵੇਂ ਆਪਾਂ ਪਿੱਛੋਂ ਲੜੀ ਵਿਚਾਰਦੇ ਆ ਰਹੇ ਹਾਂ, ਪਹਿਲਾਂ ਆਪਾਂ ਬੜੇ ਪਿਆਰ ਨਾਲ ਮੂਲ ਮੰਤਰ ਦੇ ਵਿਚਾਰ ਕੀਤੇ, ਫਿਰ ਆਪਾਂ ਉਹ ਸ਼ਲੋਕ, ਫਿਰ ਆਪਾਂ ਪੌੜੀ ਵੀ ਕਿੱਦਾਂ ਸਚਿਆਰਾ ਬਣਨਾ ਹੈ। ਫਿਰ ਹੁਣ ਸਚਿਆਰਾ ਬਣਨ ਵਿੱਚ ਰੁਕਾਵਟ ਕੀ ਸੀ ਕਿ ਤੂੰ ਉਹਦੇ ਹੁਕਮ ਦੀ ਪਾਲਣਾ ਨਹੀਂ ਸੀ ਕਰਦਾ। ਹੁਣ ਹੁਕਮ ਦੀ ਡੈਫੀਨੇਸ਼ਨ, ਪਰਿਭਾਸ਼ਾ ਬਿਆਨ ਕਰਤੇ ਵੀ ਹੁਕਮੀ ਹੋਵਨ ਆਕਾਰ, ਉਹਦੇ ਹੁਕਮ ਵਿੱਚ ਹੀ ਸਾਰੇ ਆਕਾਰ ਬਣਦੇ ਨੇ। ਹੁਕਮੀ ਹੋਵਨ ਆਕਾਰ, ਪਰ ਨਾਲ ਕਹਿੰਦਾ ਹੁਕਮ ਨਾ ਕਹਿਆ ਜਾਏ। ਜੇ ਤੂੰ ਕਵੇਂ ਵੀ ਮੈਂ ਮੁਕੰਮਲ ਤੌਰ 'ਤੇ ਉਹਦਾ ਹੁਕਮ ਬਿਆਨ ਕਰ ਦੂੰ, ਨਾ ਭਾਈ। ਇੱਥੇ ਭਗਤ ਕਬੀਰ ਜੀ ਨੇ ਪਤਾ ਕੀ ਗੱਲ ਕਹੀ ਹੈ? ਉਹ ਕਹਿੰਦੇ ਅਬ ਤੋਂ ਜਾਏ ਚੜ੍ਹੇ ਸਿੰਘਾਸਣ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ। ਅੱਜ ਕਬੀਰ ਤੇ ਰੱਬ ਦੋਵੇਂ ਇੱਕ ਹੋ ਗਏ ਆ, ਕੋਈ ਨਾ ਸਕੇ ਪਛਾਣੀ। ਅੱਜ ਕੋਈ ਪਹਿਚਾਣ ਨਹੀਂ ਸਕਦਾ ਕਿ ਰੱਬ ਤੇ ਕਬੀਰ ਦੋਵੇਂ ਵੱਖਰੇ ਨੇ। ਯਾਨੀ ਕਿ ਰੱਬ ਮੀਨਿੰਗ ਜਿਹੜੇ ਰੱਬੀ ਗੁਣ, ਜਿਹੜੀ ਹੋਂਦ ਦੱਸੀ। ਕਹਿੰਦੇ ਅੱਜ ਜਿਹੜੇ ਗੁਣ ਰੱਬ ਦੇ ਬਿਆਨ ਕੀਤੇ ਜਾ ਰਹੇ ਸੀ, ਬਾਬਾ ਕਬੀਰ ਜੀ ਉਹ ਗੁਣ ਲੈ ਕੇ ਜ਼ਿੰਦਗੀ ਜੂ ਰਹੇ ਨੇ। ਫਿਰ ਕਿਸੇ ਨੇ ਕਿਹਾ ਹੁਣ ਤੇ ਮੁਕੰਮਲ ਤੌਰ 'ਤੇ ਤੁਹਾਨੂੰ, ਤੁਸੀਂ ਤੇ ਮਾਲਕ ਇੱਕ ਹੋ ਗਏ ਜੇ, ਹੁਣ ਬਿਆਨ ਕਰਦੇ ਹੋ, ਦੱਸੋ ਰੱਬ ਕੀ ਆ? ਉੱਥੇ ਫਿਰ ਆਪਣੇ ਸਲੋਕਾਂ 'ਚ ਇਹ ਗੱਲ ਕਹਿੰਦੇ, ਕਬੀਰ ਸਾਤ ਸਮੁੰਦੇ ਮਸ ਕਰੋ, 7 ਸਮੁੰਦਰਾਂ ਦੀ ਮੈਂ ਸ਼ਾਹੀ ਤਿਆਰ ਕਰ ਲਵਾਂ। 7 ਸਮੁੰਦੇ ਮਸ ਕਰੋ, ਕਲਮ ਕਰੋ ਬਨ ਰਾਏ, ਸਮੁੱਚੀ ਬਨਸਪਤੀ ਦੀਆਂ ਘੜ ਕੇ ਕਲਮਾਂ ਤਿਆਰ ਕਰ ਲਵਾਂ, ਤੇ ਬਸੁਦਾ ਕਾਗਜ਼ ਜੋ ਕਰੋ, ਸਮੁੱਚੀ ਧਰਤੀ ਦਾ ਪੇਪਰ ਬਣਾ ਲਵਾਂ। ਫਿਰ ਵੀ ਹਰ ਜਸ ਲਿਖਣ ਨਾ ਜਾਏ। ਜੇ ਤੁਸੀਂ ਇਹ ਕਹੋ ਕਿ ਮੈਂ ਉਹਦੇ ਹੁਕਮੀ ਦੇ ਹੁਕਮ ਨੂੰ ਮੁਕੰਮਲ ਤੌਰ 'ਤੇ ਬਿਆਨ ਕਰ ਦਿਆਂ, ਇਹ ਮੇਰੇ ਵੱਸੋਂ ਬਾਹਰ ਹੈ। ਫਿਰ ਕਰਨਾ ਕੀ ਹੈ? ਅਸੀਂ ਮੁਕੰਮਲ ਤੌਰ 'ਤੇ ਬਿਆਨ ਨਹੀਂ ਕਰ ਸਕਦੇ। ਬਸ ਉਹਦੇ ਹੁਕਮ ਨੂੰ ਜਿੰਨਾ ਕੁ ਸਾਨੂੰ ਜੀਵਨ ਜਿਉਣ ਵਾਸਤੇ ਚਾਹੀਦਾ। ਹੁਣ ਜਿਵੇਂ ਇੱਕ ਡਾਕਟਰ ਹੈ, ਕਿ ਹਰ ਮਰੀਜ਼ ਨੂੰ ਡਾਕਟਰ ਜਿੰਨਾ ਗਿਆਨ ਹੁੰਦਾ? ਜਵਾਬ ਆਏਗਾ ਨਹੀਂ। ਹੁਣ ਮੰਨ ਲਓ ਇੱਕ ਸ਼ਹਿਰ ਵਿੱਚ 4 ਡਾਕਟਰ ਨੇ, ਪਰ ਉਸ ਸ਼ਹਿਰ ਵਿੱਚ ਮਰੀਜ਼ 4 ਥੋੜ੍ਹਾ, ਮਰੀਜ਼ ਤੇ ਬਹੁਤ ਨੇ। ਹੁਣ ਇੱਕ ਡਾਕਟਰ ਕੋਲ ਕਿੰਨੇ ਮਰੀਜ਼ ਆਉਂਦੇ ਨੇ? ਹੁਣ ਡਾਕਟਰ ਦੇ ਕੋਲ ਜਾ ਕੇ ਦੱਸਦਾ ਜੀ ਮੇਰੇ ਪੇਟ ਦਰਦ ਹੋ ਰਹੀ ਹੈ, ਮੈਨੂੰ ਫਲਾਣੀ ਬਿਮਾਰੀ ਹੈ। ਡਾਕਟਰ ਉਸ ਨੂੰ ਕਹਿੰਦਾ ਜੀ ਆਹ ਮੈਡੀਸਨ ਲੈ ਜਾ। ਹੁਣ ਜੇ ਮਰੀਜ਼ ਪੁੱਛਣ ਲੱਗ ਪਏ, ਅੱਛਾ ਜੀ ਮੈਨੂੰ ਪੂਰਨ ਤੌਰ 'ਤੇ ਸਮਝਾਓ, ਤੁਸੀਂ ਆਪਰੇਸ਼ਨ ਕਿੱਦਾਂ ਕਰਦੇ ਜੀ, ਤੁਸੀਂ ਫਲਾਣੇ ਮਰੀਜ਼ ਦਾ ਕਿੱਦਾਂ ਇਲਾਜ ਕਰਦੇ ਜੀ? ਹੁਣ ਕੀ ਦੋਵਾਂ ਦਾ ਪੱਧਰ ਬਰਾਬਰ ਹੈ? ਮਰੀਜ਼ ਦਾ ਤੇ ਡਾਕਟਰ ਦਾ ਆਪਸ ਵਿੱਚ ਜਿਹੜਾ ਮਾਨਸਿਕ ਪੱਧਰ ਇੱਕੋ ਜਿਹਾ? ਉਹਨੂੰ ਸਮਝਾਉਣ ਲੱਗਿਆ ਤੇ ਡਾਕਟਰ ਨੂੰ ਡਾਕਟਰੀ ਆਪਣੀ ਭੁੱਲਣ ਪੈਣੀ ਹੈ ਵੀ ਭਾਈ ਜਿੰਨੀ ਤੈਨੂੰ ਜ਼ਰੂਰਤ ਹੈ, ਜਿੰਨੀ ਤੈਨੂੰ ਬਿਮਾਰੀ ਹੈ, ਉਹਨਾਂ ਮੇਰੇ ਕੋਲੋਂ ਮੈਡੀਸਨ ਲੈ ਜਾਵੇ। ਆਹ ਕੰਪਨੀ ਨੇ ਮੈਡੀਸਨ ਤਿਆਰ ਕੀਤੀ, ਮੈਂ ਦੱਸ ਰਿਹਾ ਵਾਂ, ਆਹ ਖਾ ਲਾ। ਤੇਰਾ ਤੇ ਮਕਸਦ ਉਸ ਦੁੱਖ ਤੋਂ ਛੁਟਕਾਰਾ ਪਾਉਣਾ ਹੈ ਨਾ। ਗੁਰੂ ਸਾਹਿਬ ਜੀ ਕਹਿੰਦੇ ਨੇ ਉਸ ਮਾਲਕ ਦਾ ਹੁਕਮ ਬਹੁਤ ਵੱਡਾ ਹੈ। ਮੁਕੰਮਲ ਤੌਰ 'ਤੇ ਬਿਆਨ ਕਰਨ ਦਾ ਦਾਅਵਾ ਕਰਨ ਵਾਲੇ ਬੰਦੇ ਇੱਥੇ ਕਈ ਆਏ ਤੇ ਕਈ ਚਲੇ ਗਏ। ਜੇ ਤੁਸੀਂ ਸਮੁੱਚੇ ਤੌਰ 'ਤੇ ਉਹਨੂੰ ਬਿਆਨ ਕਰਨ ਦੀ ਗੱਲ ਕਰੋ, ਸੈਂਕੜੇ ਸ਼ਬਦ ਗੁਰਬਾਣੀ 'ਚ ਇਹਨਾਂ ਗੱਲਾਂ ਦਾ ਹਵਾਲਾ ਦਿੰਦੇ ਨੇ। ਕਹਿੰਦੇ ਬੜੇ ਆਏ ਜਿਹੜੇ ਉਹਦਾ ਹੁਕਮ ਦਾ ਦਾਅਵਾ ਕਰਦੇ ਰਹੇ ਕਿ ਸਾਨੂੰ ਉਹਦੇ ਤੌਰ 'ਤੇ ਪਤਾ ਹੈ, ਅਸੀਂ ਦੱਸ ਸਕਦੇ ਹਾਂ। ਪਾਤਸ਼ਾਹ ਕਹਿੰਦੇ ਨਾ ਭਾਈ, ਜੇ ਤੁਸੀਂ ਉਹਨੂੰ ਉਹਦੇ ਗੁਣ ਗਾ ਕੇ ਅਸੀਂ ਗੁਣਾਂ ਨੂੰ ਆਪਣੇ ਅੰਦਰ ਸਮਾਉਣ ਦਾ ਯਤਨ ਕਰਨਾ ਹੈ। ਤਾਂ ਗੁਰਦੇਵ ਪਿਤਾ ਮਹਾਰਾਜ ਕਹਿੰਦੇ ਭਾਈ ਆਪਣੀ ਜ਼ਿੰਦਗੀ 'ਚ ਸੁਚੱਜਾ ਬਣਨ ਵਾਸਤੇ ਉਹਦੇ ਹੁਕਮ ਦੀ ਪਾਲਣਾ ਕਰਨੀ ਸਿੱਖ। ਤੇ ਹੁਕਮ ਸਾਨੂੰ ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਬਹੁਤ ਸੁੰਦਰ ਸ਼ਬਦਾਂ ਵਿੱਚ ਬਿਆਨ ਕਰਕੇ ਦਿੱਤਾ ਹੋਇਆ ਹੈ। ਤਾਂ ਫਿਰ ਗੱਲ ਨੂੰ ਧਿਆਨ ਨਾਲ ਸਮਝਿਓ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਉਹਦੇ ਹੁਕਮ 'ਚ ਆਕਾਰ ਬਣਦੇ ਨੇ, ਪਰ ਜੇ ਕੋਈ ਉਸ ਹੁਕਮ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰੇ, ਤੁਸੀਂ ਵੇਖਿਆ ਡਾਕਟਰ ਇਲਾਜ ਕਰਦੇ ਨੇ, ਕਈ ਵਾਰੀ ਡਾਕਟਰ ਵੀ ਹੈਰਾਨ ਹੋ ਜਾਂਦੇ ਵੀ ਅਸੀਂ ਇਲਾਜ ਕਰ ਰਹੇ ਹਾਂ, ਪਰ ਕਮਾਲ ਹੋ ਗਈ ਇੱਥੇ ਤੇ ਆਪ ਹੀ ਉਹ ਹੱਥ ਦੇ ਕੇ ਰੱਖਣ ਵਾਲਾ ਹੈ। ਉਹ ਵੀ ਵਿਸ਼ਵਾਸ ਕਰਦੇ ਨੇ, ਉਹ ਵੀ ਤੁਸੀਂ ਵੇਖਿਆ ਹੋਵੇਗਾ ਕਈ ਵਾਰੀ ਡਾਕਟਰ ਵੀ ਇਹ ਗੱਲ ਕਹਿ ਦਿੰਦੇ ਨੇ, ਵੇਖੋ ਜੀ ਅਸੀਂ ਇਲਾਜ ਕਰ ਰਹੇ ਹਾਂ, ਬਾਕੀ ਉਹ ਜਾਣਦਾ। ਹੁਣ ਇਹਦਾ ਅਰਥ ਹੈ ਨਾ ਵੀ ਇਹ ਹੁਣ ਆਪਣੇ ਸ਼ਬਦਾਂ ਦੇ ਨਾਲ ਐਸਾ ਜਾਲ ਬੁਣਿਆ ਜਾ ਰਿਹਾ। ਵੇਖੋ ਜੀ ਇੱਕ ਵੱਖਰਾ ਰੱਬ ਬੈਠਾ। ਜਿਹੜੇ ਮੰਨਦੇ ਨੇ ਉਹਨਾਂ ਦੀ ਆਪਣੀ ਅਗਿਆਨਤਾ ਹੋ ਸਕਦੀ ਹੈ, ਨਹੀਂ ਤੇ ਬਾਣੀ ਨੇ ਸਿੱਧਾ ਕਹਿਤਾ ਰੱਬ ਤੇਰੇ ਅੰਦਰ ਵਸਦਾ ਹੈ, ਰੱਬ ਤੇਰੇ ਕੋਲ ਹੈ। ਰੱਬ ਬਾਣੀ 'ਚ ਤੇ ਸੈਂਕੜੇ ਪ੍ਰਮਾਣ ਐਸੇ ਨੇ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰਾ ਨਾਲ ਹੈ। ਨਾਲ ਸ਼ਬਦ ਕਿਉਂ ਵਰਤਿਆ? ਤੇਰੇ ਕੋਲ ਹੈ, ਉਹ ਤੇਰੇ ਤੋਂ ਵੱਖਰਾ ਹੀ ਨਹੀਂ। ਭਗਤ ਸਾਹਿਬਾਨਾਂ ਨੇ, ਗੁਰੂ ਸਾਹਿਬਾਨਾਂ ਨੇ ਇਹਨਾਂ ਗੱਲਾਂ ਦੇ ਹਵਾਲੇ ਦੇ ਕੇ ਸਮਝਾਇਆ। ਤੋ ਗੁਰੂ ਸਾਹਿਬ ਜੀ ਕਹਿੰਦੇ ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ। ਹੁਕਮ ਵਿੱਚ ਜੀਵ ਸੰਸਾਰ 'ਤੇ ਬਣਦੇ ਨੇ, ਪੈਦਾ ਹੁੰਦੇ ਨੇ। ਹੁਕਮੀ ਹੋਵਨ ਜੀ ਕਹਿੰਦੇ ਹੁਕਮ ਮਿਲੈ ਵਡਿਆਈ। ਵਡਿਆਈ ਕਿੱਦਾਂ ਮਿਲਦੀ ਹੈ? ਉਹਦੇ ਹੁਕਮ ਦੀ ਪਾਲਣਾ ਕਰਨ ਕਰਕੇ। ਜਦੋਂ ਬੱਚਾ ਸਕੂਲ 'ਚ ਪੜ੍ਹਦਾ, ਉਹ ਆਪਣੇ ਟੀਚਰ ਦੀ ਗੱਲ ਮੰਨਦਾ, ਹੋਮਵਰਕ ਕਰਦਾ, ਕਲਾਸ ਵਰਕ ਕਰਦਾ, ਧਿਆਨ ਨਾਲ ਪੜ੍ਹਦਾ, ਟੀਚਰ ਬੜਾ ਪ੍ਰਸੰਨ ਹੁੰਦਾ ਉਹਦੇ 'ਤੇ, ਬੜਾ ਖੁਸ਼ ਹੁੰਦਾ।
ਮਾਣ ਨਾਲ ਫਿਰ ਜਦੋਂ ਇਹਦਾ ਮਾਂ-ਬਾਪ ਨੂੰ ਬੁਲਾਉਂਦਾ ਸਕੂਲ ਵਿੱਚ, ਉਹ ਕਹਿੰਦਾ ਜੀ ਤੁਹਾਡਾ ਬੱਚਾ ਬਹੁਤ ਲਾਇਕ ਹੈ, ਸਾਨੂੰ ਇਹਦੀ ਕੋਈ ਸ਼ਿਕਾਇਤ ਨਹੀਂ। ਤੇ ਇੱਕ ਉਹ ਵੀ ਬੱਚੇ ਹੁੰਦੇ ਨੇ ਜਿਹੜੇ ਸ਼ਰਾਰਤਾਂ ਕਰਦੇ ਨੇ, ਕਈ ਵਾਰੀ ਮਹੀਨੇ 'ਚ 3 ਵਾਰ ਮਾਂ-ਬਾਪ ਨੂੰ ਬੁਲਾਉਣਾ ਪੈਂਦਾ ਵੀ ਇਹਨੂੰ ਸਮਝਾਓ ਜੀ ਕੁਝ, ਅਸੀਂ ਬੜਾ ਮੱਥਾ ਮਾਰ ਮਾਰ ਕੇ ਥੱਕ ਗਏ ਹਾਂ, ਬੜਾ ਪਰੇਸ਼ਾਨ ਕਰਦਾ, ਬੜਾ ਤੰਗ ਕਰਦਾ ਸਾਨੂੰ। ਵੱਖਰੀ ਗੱਲ ਹੈ ਕਿ ਉਹ ਉਸੇ ਬੱਚੇ ਨੇ ਜਦੋਂ ਛੁੱਟੀ ਲੈਣੀ ਹੁੰਦੀ ਹੈ ਨਾ, ਉਹ ਥੱਲੇ ਲਿਖਦਾ ਆਪ ਜੀ ਦਾ ਆਗਿਆਕਾਰੀ ਜੀ। ਉਹ ਟੀਚਰ ਹੱਸ ਪੈਂਦਾ, ਕਲਾਸ ਇੰਚਾਰਜ ਹੱਸ ਪੈਂਦਾ ਵੀ ਅੱਛਾ ਜੇ ਤੂੰ ਆਗਿਆ ਕਰੀ ਤਾਂ ਸ਼ਰਾਰਤੀ ਕੌਣ ਹੋਇਆ ਫਿਰ। ਇੱਦਾਂ ਹੀ ਸੰਸਾਰ 'ਤੇ ਜੀਵ ਕਰਦਾ, ਅੱਤ ਦਾ ਝਗੜਾਲੂ ਬੰਦਾ, ਅੱਤ ਦਾ ਈਰਖਾਲੂ ਬੰਦਾ, ਅੱਤ ਦਾ ਹਉਮੈ ਗ੍ਰਸਤ ਬੰਦਾ ਜਦੋਂ ਇੱਦਾਂ ਪੇਸ਼ ਕਰਦਾ ਨਾ ਆਪਣੇ ਆਪ ਨੂੰ, ਕਹਿੰਦਾ ਜੀ ਬਸ ਤੁਸੀਂ ਮਹਾਰਾਜ ਆਪ ਕਰਨ ਵਾਲੇ ਸਾਰੇ, ਆਪ ਜੀ ਦਾ ਆਗਿਆਕਾਰੀ, ਆਪ ਜੀ ਦਾ ਹੋਣਹਾਰ ਪੁੱਤਰ। ਉਹ ਭਾਈ ਇਹ ਕਹਿਣ ਦੀ ਲੋੜ ਨਹੀਂ, ਇਹ ਤੇਰੇ ਕੰਮਾਂ ਨੇ ਦੱਸ ਦੇਣਾ। ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ, ਹੁਕਮੀ ਉੱਤਮ ਨੀਚ, ਇਹ ਚੀਜ਼ ਸਮਝਣਾ। ਉਹਦੇ ਨਿਯਮ ਦੀ ਪਾਲਣਾ, ਉਹਦੇ ਹੁਕਮ ਦੀ ਪਾਲਣਾ ਕਰਕੇ ਤੂੰ ਉੱਤਮ ਬਣੇਗਾ, ਉਹਦੇ ਹੁਕਮ ਦੀ ਉਲੰਘਣਾ ਕਰਕੇ ਤੂੰ ਨੀਚ ਬਣੇਗਾ। ਹੁਕਮ ਲਿਖ, ਹੁਕਮ ਲਿਖ, ਦੁੱਖ ਸੁੱਖ ਪਾਈਏ। ਜਦੋਂ ਤੂੰ ਉਹਦੇ ਹੁਕਮ ਨੂੰ ਆਪਣੇ ਜੀਵਨ ਦੇ ਵਿੱਚ ਲੈ ਕੇ ਆਏਗਾ, ਆਪਣੇ ਅੰਦਰ ਧਾਰਨ ਕਰੇਗਾ, ਸੁਖੀ ਹੋਏਗਾ। ਜੇ ਨਹੀਂ ਕਰੇਗਾ ਦੁਖੀ ਹੋਏਗਾ। ਜੇ ਤੂੰ ਉਹਦੇ ਹੁਕਮ ਦੀ ਪਾਲਣਾ ਕਰੇਗਾ ਤੇ ਬਖਸ਼ਿਸ਼ ਦਾ ਪਾਤਰ ਬਣੇਗਾ, ਜੇ ਨਹੀਂ ਕਰੇਗਾ ਤੇ ਭਵਾਈਆਂ। ਹੁਕਮ ਲਿਖ, ਦੁੱਖ ਸੁੱਖ ਪਾਈਆਂ। ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈਆਂ। ਹੁਕਮ ਅੰਦਰ ਸਭ ਕੁਝ ਉਹਦੇ ਹੁਕਮ ਦੇ ਵਿੱਚ ਹੈ। ਨਾਲ ਕਹਿੰਦਾ ਬਾਹਰ ਹੁਕਮ ਨਾ ਕੋਈ, ਉਹਦੇ ਹੁਕਮ ਤੋਂ ਬਾਹਰ ਨਹੀਂ ਹੁੰਦਾ। ਜਿਵੇਂ ਆਮ ਆਪਾਂ ਕਹਿੰਦੇ ਵੀ ਉਹਦੇ ਹੁਕਮ ਤੋਂ ਬਿਨਾਂ ਪੱਤਾ ਵੀ ਨਹੀਂ ਹਿਲਦਾ। ਹੁਣ ਇਹ ਹਾਂ ਠੀਕ ਹੈ, ਜਿਹੜਾ ਸਾਡੇ ਸਮਾਜ ਦੇ ਵਿੱਚ ਵਿਪਰ ਨੇ ਐਸਾ ਰੱਬ ਘੜਿਆ ਸੀ, ਜਿਹਨੂੰ ਅਸੀਂ ਕਹਿੰਦੇ ਸੀ ਮੈਂ ਇੱਦਾਂ ਬੇਨਤੀ ਕਰਕੇ ਖੁਸ਼ ਕਰ ਲੂੰਗਾ, ਉਸ ਰੱਬ ਨੂੰ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਨਹੀਂ ਮੰਨਦੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਤਾਂ ਮਨ ਮੰਦਰ ਤਨ ਵੇਸ ਕਲੰਦਰ, ਮਨ ਨੂੰ ਮੰਦਰ ਬਣਾਉਣ ਦੀ ਗੱਲ ਕੀ, ਕਾਇਓ ਦੇਵਾ ਦੀ ਗੱਲ ਕੀਤੀ ਹੈ। ਮਨ ਮੰਦਰ ਤਨ ਵੇਸ ਕਲੰਦਰ, ਤਨ ਨੂੰ ਕਿਹਾ ਇਹ ਉਹਦਾ ਯਾਤਰਾ ਕਰਨ ਵਾਲਾ ਬਣ ਜਾ, ਘੱਟ ਹੀ ਤੀਰਥ ਨਾਵਾਂ, ਆਪਣੇ ਅੰਤਰਾਤਮੇ ਨਹਾਉਣ ਦੀ ਕੋਸ਼ਿਸ਼ ਕਰਨੀ ਹੈ। ਤੋਂ ਬਾਹਰ ਹੁਕਮ ਨਾ ਕੋਏ, ਕਹਿਣ ਲੱਗੇ ਉਹਦੇ ਹੁਕਮ ਤੋਂ ਬਾਹਰ ਕੁਝ ਨਹੀਂ ਹੈ। ਉਹਦੇ ਹੁਕਮ ਦੀ ਪਾਲਣਾ ਕਰਨੀ ਸਿੱਖ, ਕਰਨੀ ਕਾਗਜ਼ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ। ਇਹ ਜਿਹੜੇ ਆਰਟੀਕਲ ਹੈ, ਜਿਹੜੇ ਲੇਖ ਹੈ ਨਾ, ਤੂੰ ਖੁਦ ਆਪ ਲਿਖਣੇ ਨੇ। ਬੁਰਾ ਭਲਾ ਦੋਏ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ, ਜਿੱਦਾਂ ਜਿੱਦਾਂ ਕਿਰਤ ਸਾਨੂੰ ਚਲਾਉਂਦੀ ਹੈ, ਜਿੱਦਾਂ ਜਿੱਦਾਂ ਸਾਡਾ ਸੁਭਾਅ ਸਾਨੂੰ ਪ੍ਰੇਰਦਾ, ਕੰਮ ਤੇ ਬੰਦਾ ਆਪਣੇ ਸੁਭਾਅ ਮੁਤਾਬਕ ਕਰਦਾ। ਤਉ ਗੁਣ ਨਾਹੀਂ ਅੰਤ ਹਰੇ, ਰੱਬ ਜੀ ਮਾਲਕ ਜੀ ਤੁਹਾਡੇ ਗੁਣਾਂ ਦਾ ਕੋਈ ਅੰਤ ਨਹੀਂ, ਪਰ ਬੰਦੇ ਦੀ ਇੱਕ ਪ੍ਰੋਬਲਮ ਹੈ, ਕੰਮ ਆਪਣੇ ਸੁਭਾਅ ਮੁਤਾਬਕ ਹੀ ਕਰਦਾ ਹੈ, ਆਪਣੀ ਮਰਜ਼ੀ ਮੁਤਾਬਕ ਹੀ ਕਰਦਾ ਹੈ। ਤਾਂ ਇੱਕ ਗੱਲ ਨੂੰ ਧਿਆਨ ਨਾਲ ਸਮਝਣਾ, ਜਦੋਂ ਅਸੀਂ ਜੀਵਨ ਨੂੰ ਸਚਿਆਰਾ ਬਣਾਉਣ ਦੀ ਗੱਲ ਕਰਾਂਗੇ ਕਿ ਜੀਵਨ ਸਾਡਾ ਚੰਗਾ ਬਣੇ, ਖੂਬਸੂਰਤ ਬਣੇ, ਤੇ ਸਾਨੂੰ ਬਾਣੀ ਦੇ ਇਸ ਪੱਖ ਨੂੰ ਬਹੁਤ ਧਿਆਨ ਨਾਲ ਸਮਝਣਾ ਪੈਣਾ ਹੈ। ਜਦੋਂ ਆਪਾਂ ਕਹਿੰਦੇ ਵੇਖੋ ਜੀ ਮੱਥੇ ਦੇ ਲੇਖ ਨੇ ਭਾਈ, ਮੱਥੇ ਤੇ ਲਿਖਿਆ ਜੋ ਪ੍ਰਮਾਤਮਾ ਕਰਦਾ ਇੱਦਾਂ ਹੀ ਹੋਣਾ ਹੈ। ਉਹ ਭਾਈ ਬੱਚੇ ਨੇ ਪੜ੍ਹ ਕੇ ਕੀ ਬਣਨਾ ਹੈ, ਉਹਦਾ ਆਪਣਾ ਡਿਸੀਜਨ ਹੈ। ਇੱਦਾਂ ਦੀਆਂ ਕਹਾਣੀਆਂ 'ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰੋ। ਇਹ ਭਾਗਾਂ ਜੋ ਲਿਖਿਆ ਇੱਦਾਂ ਹੁੰਦਾ ਹੈ, ਫਿਰ ਤਾਂ ਬੜਾ ਸੌਖਾ ਤਰੀਕਾ ਹੈ। ਤੁਹਾਡੀ ਗੱਡੀ ਕੋਈ ਚੋਰੀ ਕਰਕੇ ਲੈ ਜਾਏ, ਤੁਸੀਂ FIR ਦਰਜ ਕਰਾਓਗੇ? ਤੁਸੀਂ ਥਾਣੇ ਜਾ ਕੇ ਰਿਪੋਰਟ ਲਿਖਾਓਗੇ? ਹਾਂ ਜੀ ਲਿਖਾਵਾਂਗੇ। ਕਿਉਂ ਲਿਖਾਓਗੇ? ਤੁਹਾਡੇ ਭਾਗਾਂ 'ਚ ਹੀ ਗੱਡੀ ਇੰਨਾ ਟਾਈਮ ਸੀ, ਅਗਲਾ ਗੱਡੀ ਚੋਰੀ ਕਰਕੇ ਲੈ ਗਿਆ, ਤੁਸੀਂ ਕਿੱਦਾਂ ਕਹੋਗੇ? ਇੱਦਾਂ ਦੀਆਂ ਕਹਾਣੀਆਂ ਬਣਾ ਕੇ ਸਾਡੇ ਦਿਮਾਗ ਦੇ ਉੱਤੇ ਪਾ ਦਿੱਤੀਆਂ ਗਈਆਂ। ਇੱਦਾਂ ਦੀ ਕਹਾਣੀ ਤੁਸੀਂ ਵੇਖਿਆ ਹੋਏਗਾ, ਜਦੋਂ ਕਿਸੇ ਦਾ ਕੋਈ ਜਵਾਨ ਪੁੱਤ ਚੜ੍ਹਾਈ ਕਰ ਜਾਂਦਾ ਹੈ, ਇੱਦਾਂ ਕਹਿਣਗੇ ਭਾਈ ਕਰਮ ਕਿਤੇ ਮਾੜੇ ਕੀਤੇ ਹੋਣੇ ਨੇ ਤਾਂ ਹੀ ਸਜ਼ਾ ਮਿਲੀ ਹੈ, ਤਾਂ ਹੀ ਕਿਤੇ ਇਹ ਦਿਨ ਵੇਖਣੇ ਪਏ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ 4 ਸਾਹਿਬਜ਼ਾਦਿਆਂ ਵਿੱਚੋਂ ਇੱਕ ਦਾ ਵੀ ਸੰਸਕਾਰ ਆਪਣੇ ਹੱਥੀਂ ਨਹੀਂ ਕਰਦੇ। ਇਹ ਮਾੜੇ ਕਰਮਾਂ ਦੀ ਨਿਸ਼ਾਨੀ ਸੀ। ਬੰਦਾ ਸਿੰਘ ਬਹਾਦਰ ਦੇ ਬੱਚੇ ਦਾ ਦਿਲ ਕੱਢ ਕੇ ਉਹਦੇ ਮੂੰਹ 'ਚ ਤੁੰਨਿਆ ਜਾਂਦਾ, ਇਹ ਮਾੜੇ ਕਰਮਾਂ ਕਰਕੇ ਹੋਇਆ ਸੀ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਤਤੀ ਤਵੀ 'ਤੇ ਬੈਠਦੇ ਨੇ, ਇਹ ਪਿੱਛੋਂ ਲਿਖ ਕੇ ਆਏ ਸੀ ਕਰਮ। ਫਿਰ ਤਾਂ 84 ਦੇ ਵਿੱਚ 84 ਜੋ ਕੁਝ ਸਾਡੇ ਨਾਲ ਹੋਇਆ, ਫਿਰ ਤਾਂ ਜਿਨ੍ਹਾਂ ਦਾ ਵੀ ਤੁਸੀਂ ਨਾਮ ਲਓਗੇ ਉਹ ਸਾਰੇ ਮੁਕਤ ਹੋ ਜਾਣੇ। ਉਹਨਾਂ ਕਹਿਣਾ ਵੇਖੋ ਜੀ ਤੁਹਾਡੇ ਕਰਮਾਂ 'ਚ ਇੰਝ ਲਿਖਿਆ ਸੀ। ਉਹ ਭਾਈ ਇਹ ਵਿਪਰ ਵਾਲੀ ਸੋਚ ਤੋਂ ਬਾਹਰ ਨਿਕਲੋ। ਗੁਰੂ ਸਾਹਿਬ ਦੀ ਬਾਣੀ ਸਾਨੂੰ ਸਮਝਾ ਰਹੀ ਹੈ, ਇੱਥੇ ਇਸ ਜਨਮ ਵਿੱਚ ਵਰਤਮਾਨ ਜ਼ਿੰਦਗੀ ਜਿਉਣੀ ਸਿੱਖ, ਜਿੱਥੇ ਬੈਠਾ ਹੈ, ਜਿੱਥੇ ਹੈਗਾ ਹੈ। ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ। ਸਾਡਾ ਸਭ ਤੋਂ ਪਹਿਲਾ ਸਾਥੀ ਸਾਡਾ ਆਪਣਾ ਮਨ ਹੈ, ਉਹਦੇ ਨਾਲ ਸਾਂਝ ਪਾਓ, ਉਹਨੂੰ ਆਪਣਾ ਉਹਦੇ ਨਾਲ ਲੈ ਕੇ ਤੁਰੋ। ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ, ਆਪਣੇ ਮਨ ਨੂੰ ਸਾਧੋਗੇ, ਮਨ ਸਾਧੇ ਸੁੱਖ ਹੋਏ। ਜਦੋਂ ਬੰਦਾ ਆਪਣੇ ਵਿਚਾਰ ਸਿੱਧੇ ਕਰ ਲੈਂਦਾ ਤਾਂ ਸੁਖੀ ਹੁੰਦਾ ਹੈ। ਵਿਚਾਰ ਹੀ ਇਨਸਾਨ ਨੂੰ ਦੁਖੀ ਕਰਦੇ ਨੇ, ਦੁੱਖ ਨਾਲ ਬਹਿ ਕੇ ਪੈਦਾ ਨਹੀਂ ਹੁੰਦੇ।
दुख सारे विचारां चों पैदा हुंदे ने। मन ही मन स्यों कहे कबीरा, मन सा मिलिया ना कोई, मन वर्गा दूजा साथी कोई नहीं बंदे दा। जे ये नाल है ना, फिर भावें जिन्ना मर्जी कोई विरोध में खड़ा हो जाए, बंदा परवाह नहीं करता। पर जे ये नाल नहीं ना, फिर इहनूं कोई डुबणों नहीं बचा सकता। तो आओ गुरु साहब के इन्हां उपदेशों नूं आप समझिए तो विचारीए। जप बाणी की दूजी पौड़ी भी उस हुक्म की व्याख्या साडी झोली विच पाउंदी है। आपां उस हुक्मी परमात्मा के हुक्म की पालना कर सकीए। इस गल नूं मैं बार बार दोहरा रहा कि वह किते वखरा नहीं बैठा, भाई तेरे अंदर बैठा है। जिन्ना भी भगतां साहिबानां दी आपां गल करते हैं, हर एक ने यह बार बार दोहराया कि भाई वो तेरे कोल है, वो तेरे अंदर है, तेरे नालों वो वख नहीं है। उहदे नाल सांझ पा, उन्होंने अपने अंदर धारण कर। क्योंकि बाणी च इदां दे शब्द बार बार वरते ने, जदों असीं ये कहांगे कि मैनूं करना पैना है, मैं आप अपनी जिंदगी च तुरना है, तो फिर जिंदगी दे विच चंगे माड़े फैसले की जिम्मेवारी भी बंदा खुद आप लवेगा। फिर इस पौड़ी नूं एक दोबारा आपां इस संखेप शब्दां दोहरा लईए। हुक्मी होमन आकार, ਉਹਦੇ हुक्म द्वारा ही आकार होंद विच आउंदे ने। हुक्म ना कहिया जाई, कहण लगे इस हुक्म नूं जे कोई बयान करन दी कोशिश करे भी किद्दां हो रहा सारा कुछ, किद्दां हो रहा सारा कुछ, कहंदे ये तेरे वसों बाहर वा भाई। तूं उन्नी क समझ लै जिन्नी कि तैनूं जिंदगी जीउण लई चाहीदी है। जे तूं कहें कि मैं अपने इस बर्तन विच सुकरात की तरह समुचे संसार, उन्होंने जिवें वो कहानी आउंदी ना सुकरात की, भी सुकरात एक समुद्र के कंढे तुरिया जा रहा सी, यूनान का फिलोसफर, तो वो एक बच्चा समुद्र के कंढे ते उच्ची उच्ची रो रहा सी। तो उन्हें पूछा बेटा की गल है? वो कहता जी अपना मैं इस बर्तन दे विच पानी पा रहा वां समुद्र का, तो पानी नहीं पै रहा समुद्र का पानी इस बर्तन दे विच। तो हस के कहता बेटा ये बहुत ज़्यादा पानी है, इहो जे तो तू करोड़ां बर्तन भर ला तां भी समुद्र के पानी नूं तू इहदे विच नहीं पा सकदा। वो बच्चे ने बहुत तेजी नाल वो बर्तन चुक के समुद्र के विच सुट दिता तो खिड़खड़ा के हस पिया। सुकरात पुछदा बेटा की गल है, तू पहलां उच्ची उच्ची रो रहा सी, हुण तैनूं हासा काहदा आया? कहंदा जी जे समुद्र का पानी ये च नहीं पैंदा तो कोई गल नहीं, ये बर्तन तो समुद्र च पै सकदा है ना। तो सुकरात ने बहुत प्यारी गल की, कहंदा बेटा अज तू मेरी खोज का अंत करता, मैं उस परमात्मा नूं अपने दिमाग रूपी बर्तन च पाउणा चाहुंदा सी, पर सच ये है जे वो ये च नहीं पैंदा इनू तो उहदे च पा सकदा ना। तां ही आखिया सी बलिहारी कुदरत वसिया, तेरा अंत न जाई लखिया। कहंदे जे मैं उहदा तेरा अंत पाउण की कोशिश करा, ये मेरी बहुत वड्डी अज्ञानता ते बेसमझी होएगी। हुक्मी होवन आकार, हुक्म ना कहिया जाई, हुक्मी होवन जी, उहदे हुक्म द्वारा ही जीव संसार ते आउंदे ने। हुक्म मिले वडियाई, वडियाई उहदे हुक्म च तुरिया मिलनी है, उन्हें आप नहीं देनी। वडियाई तेनू लैनी पैनी है काम चंगे करके, चंगे काम करने की कोशिश कर, नेक सोच लैके आ, बुरियां कामां तो बच, बुरी सोच तो बच, बुरे विचारां तो बच, ताकि तेरा जीवन सचियारा बन सके। हुक्म मिले वडियाई, हुक्मी उत्तम नीच, हुक्म द्वारा ही उत्तम ते नीच ना पालना करके नीच खुएगा। हुक्म लिख दुख सुख पाई है, कहने लगे सुखी होना चाहना तो हुक्म की पालना कर, नहीं तो फिर दुखी तो हैगा ही हैगा। बख्शिश का पात्र बनना चाहना तो ਉਹਦੇ ਨਿਯਮ ਨੂੰ ਉਹਦੇ ਹੁਕਮ ਦੀ ਪਾਲਣਾ ਕਰਨੀ ਸ਼ੁਰੂ ਕਰ ਦੇ। ਤੇ ਹੁਕਮੀ ਸਦਾ ਭੁਆਈਆਂ, ਭੋਣਾ ਕੀ ਹੁੰਦਾ ਹੈ? ਭਰਮਣ ਕਰਨਾ। ਮਨ ਬਾਰ-ਬਾਰ ਭਟਕਦਾ ਹੈ, ਕੁਰਾਏ ਪਿਆ ਹੈ, ਕਿਉਂ? ਕਿਉਂਕਿ ਅਸੀਂ ਉਹਦੇ ਸੱਚੇ ਦੇ ਨਾਲ ਜੁੜਨ ਦੀ ਕੋਸ਼ਿਸ਼ ਨਹੀਂ ਕੀਤੀ। ਕਹਿੰਦੇ ਉਸ ਹੁਕਮ ਨੂੰ ਸਮਝਣ ਦੀ ਕੋਸ਼ਿਸ਼ ਕਰ। ਹੁਕਮ ਲਿਖ ਦੁੱਖ ਸੁਖ ਪਾਈਆਂ, ਇੱਕ ਨਾ ਹੁਕਮੀ ਬਖਸ਼ੀਸ਼, एक हुक्मी सदा भुआई। हुक्म अंदर सब को सारा कुछ उहदे हुक्म दे विच है, बाहर हुक्म ना कोई, उहदे हुक्म तो बाहर कुछ नहीं है। बस फर्क इन्ना, जिहड़ा उहदे हुक्म की पालना करदा वो सुखी हुंदा, जिहड़ा हुक्म की उलंघना करदा वो दुखी हुंदा। सजा जे कोई नशा उहदे हुक्म च पी रहा जां वेच रहा तो कल नूं जदों सजा मिलनी है, परिवार नूं दुखी होना पैना है, वो भी उहदे हुक्म च ही होना पैना है। आओ उस मालक के हुक्म की पालना करन दी जा सकीए। इदां पौड़ी दर पौड़ी आपां गुरु साहिब की बाणी की विचार देखो, किन्ने प्यारे उपदेश सानूं बाणी विच बख्शिश कीते ने गुरुदेव जी ने। जे आपां जप बाणी नूं समझदਿਆਂ इदां गुरबाणी के कल्ले कल्ले शब्द नूं अपनी जिंदगी विच इदां परोंदे जाइए, किन्ना सोहना जीवन बनेगा, किन्नी खूबसूरती आएगी। जिहड़े वैर विरोध ईरखा भाव अपनी जिंदगी च लैके मनुख अपनी जिंदगी नूं उजाड़ रहा, जीवन खूबसूरत बनता जाएगा। आओ मालक दे इन्हां पावन उपदेशों नूं समझण ते विचारन की कोशिश खुद करिए। जप बाणी की दूजी पौड़ी की विचार अज आपां सरवण कीती है। आउण वाले समय दे विच आपां तीजी पौड़ी की विचार इदां सांझी करांगे। कोशिश करो अपने घरां विच नाल इस बाणी नूं आप पढ़ते जाओ, विचारते जाओ, अपने बच्चों नूं दसीए, आप अपनी जिंदगी विच इन्हां
ਉਪਦੇਸ਼ਾਂ ਨੂੰ ਵਸਾਉਣ ਦਾ ਯਤਨ ਕਰੀਏ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।